ਸਤਿ ਸ਼੍ਰੀ ਅਕਾਲ। ਪੰਜਾਬ ਟੁਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਇੱਕ ਨਵਾਂ ਮੁੱਦਾ ਲੈ ਕੇ ਖੜਾ ਹੁੰਦੇ ਹਾਂ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵਿਰੋਧੀਆਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਤੇ ਸਰਕਾਰ ਵੱਲੋਂ ਆਪਣਾ ਪੱਖ ਰੱਖਦਿਆਂ ਦੱਸਿਆ ਜਾਂਦਾ ਹੈ ਕਿ ਕੀ ਕੁਝ ਅੱਜ ਦੇ ਦਿਨ ਵਿੱਚ ਕੀਤਾ ਗਿਆ ਤੇ ਅਗਲੇ ਮੁੱਦੇ ਕੀ ਰਹਿਣਗੇ, ਸਰਕਾਰ ਕਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸੁਹਿਰਦ ਹੈ। ਖਾਸ ਕਰਕੇ ਅੱਜ ਦਾ ਜੋ ਮੇਨ ਮੁੱਦਾ ਹੈ ਉਹ ਕਿਸਾਨਾਂ ਨੂੰ ਲੈ ਕੇ ਹੈ। ਕਿਸਾਨਾਂ ਦੇ ਵੱਲੋਂ ਅੱਜ ਧਰਨਾ ਲਗਭਗ ਸ਼ੁਰੂ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਮੀਟਿੰਗ ਰੱਖੀ ਜਾਂਦੀ ਹੈ, ਜਿਸ ਤੋਂ ਬਾਅਦ ਕੋਈ ਸਿੱਟਾ ਨਹੀਂ ਨਿਕਲਦਾ, ਉਹਨਾਂ ਨੂੰ ਨਹੀਂ ਮਿਲਿਆ ਜਾਂਦਾ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵੱਲ ਰਵਾਨਾ ਹੋ ਜਾਂਦੇ ਨੇ। ਉੱਥੇ ਹੀ ਕਿਸਾਨਾਂ ਵੱਲੋਂ ਜੋ ਮੰਗਾਂ ਰੱਖੀ ਗਈਆਂ ਨੇ ਉਸ ਬਾਬਤ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਜੋ ਸਰੋਤੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਜਿਹੜੇ ਸਾਡੇ ਬੁਲਾਰੇ ਨੇ ਵੱਖ-ਵੱਖ ਪਾਰਟੀਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਜਿਹੜੇ ਬੁਲਾਰੇ ਸਾਡੇ ਨਾਲ ਜੁੜੇ ਨੇ ਉਹਨਾਂ ਬਾਬਤ ਵੀ ਦੱਸਾਂਗੇ। ਐਡਵੋਕੇਟ KS ਮਠਾੜੂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਹੋਏ ਨੇ, ਕੁਲਦੀਪ ਸਿੰਘ ਧਾਲੀਵਾਲ ਜੀ BJP ਤੋਂ, ਪ੍ਰਦੀਪ ਮਾਨ ਜੀ ਕਾਂਗਰਸ ਤੋਂ ਤੇ ਜੰਗਵੀਰ ਚੌਹਾਨ ਸਾਡੇ ਨਾਲ SKM ਮੋਰਚਾ ਤੋਂ ਜੁੜੇ ਹੋਏ ਨੇ। ਉੱਥੇ ਹੀ ਗੱਲ ਰੱਖਾਂਗੇ ਪੰਜਾਬ ਸਰਕਾਰ ਦੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੰਗਵੀਰ ਜੀ, ਮੈਂ ਤੁਹਾਡੇ ਕੋਲੋਂ ਆਉਣਾ ਚਾਹਾਂਗਾ ਕਿ ਅੱਜ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ, ਆਖਰ ਆਪਣੀ ਮੰਗਾਂ ਬਾਰੇ ਪੂਰੇ ਤੌਰ ਤੇ ਦੱਸੋ ਕਿ ਕਿਹੜੀਆਂ ਮੇਨ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਇੱਕ ਵਾਰ ਮੁੜ ਤੋਂ ਪੇਚ ਫਸ ਗਿਆ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਨਾਲ ਵੀ ਪੇਚ ਫਸਿਆ ਸੀ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਕਿਹਾ ਗਿਆ ਸੀ, ਤੇ ਹੁਣ ਮਾਨ ਸਰਕਾਰ ਦੇ ਨਾਲ ਆਖਰ ਕਿਹੜਾ ਪੈਂਤੜਾ ਫਸਿਆ ਹੋਇਆ ਹੈ ਜਿਸ ਦੇ ਤਹਿਤ ਅੱਜ ਕਿਸਾਨਾਂ ਦੇ ਨਾਲ ਵੀ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਹੋ ਪਾਈ। ਜੰਗਵੀਰ ਜੀ। ਜੀ ਚਰਨਜੀਤ ਜੀ, ਦੇਖੋ ਪੇਚ ਅਸੀਂ ਤਾਂ ਸੋਚਦੇ ਸੀ ਕਿ ਨਵਾਂ ਬਦਲ ਆਇਆ, ਨਵੀਂ ਸਰਕਾਰ ਬਣੀ ਹੈ, ਕਿਸਾਨਾਂ ਤੇ ਮਜ਼ਦੂਰਾਂ ਦੀ ਆਮ ਲੋਕਾਂ ਦੇ ਹੱਕਾਂ ਵਾਸਤੇ ਸਰਕਾਰ ਬਣੀ ਹੈ ਤੇ ਇਹ ਪੇਚ ਨਾ ਹੀ ਫਸਦਾ, ਪਰ ਇਹਨਾਂ ਨੇ ਮੈਨੂੰ ਲੱਗਦਾ ਆ ਕਿ ਮਾਨ ਸਾਹਿਬ ਨੇ ਪੇਚ ਫਸਾ ਹੀ ਲਿਆ ਜੀ। ਮੰਗਾਂ ਤਾਂ ਕੋਈ ਖਾਸ ਹੈ ਨਹੀਂ ਸੀ, ਤੁਹਾਨੂੰ ਵੀ ਪਤਾ, ਪਹਿਲਾਂ ਵੀ ਫਸਲਾਂ ਦੇ ਕੁਦਰਤੀ ਨੁਕਸਾਨ ਹੁੰਦੇ ਆਏ ਆ ਔਰ ਸਰਕਾਰਾਂ ਤੁਰੰਤ ਮੁਆਵਜ਼ੇ ਦਾ ਐਲਾਨ ਕਰ ਦਿੰਦੀਆਂ ਰਹੀਆਂ ਆ। ਪਰ ਇਸ ਵਾਰ ਤਾਂ ਜਿਹੜੇ ਭਗਵੰਤ ਮਾਨ ਦੀ ਸਰਕਾਰ ਹੈ ਆਪਣੇ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਤਾਂ ਮੁਆਵਜ਼ੇ ਬਾਰੇ ਦੇਖੋ, ਪਹਿਲਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਪੰਜਾਬ ਭਵਨ ਦੇ ਵਿੱਚ, ਉੱਥੇ CM ਸਾਹਿਬ ਦੇ ਨਾਲ, ਤੇ ਉਸ ਵੇਲੇ ਇਹਨਾਂ ਨੂੰ ਦੱਸ ਦਿੱਤਾ ਗਿਆ ਸੀ ਕਿ 500 ਰੁਪਏ ਪ੍ਰਤੀ ਕੁਆਂਟਲ ਜਿਹੜਾ ਕਣਕ ਦਾ ਮੁਆਵਜ਼ਾ, ਜਿਹੜਾ ਤਪਸ਼ ਕਰਕੇ ਕਣਕ ਖਰਾਬ ਹੋ ਗਈ ਹੈ, ਵੈਦਰ ਦਾ ਕੁਝ ਫਾਲਟ ਪੈ ਗਿਆ ਸੀ, ਉਹਦੇ ਕਰਕੇ ਕਣਕ ਦਾ ਨੁਕਸਾਨ ਹੋਇਆ, 500 ਰੁਪਏ ਪ੍ਰਤੀ ਕੁਆਂਟਲ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ। ਔਰ ਨਾਲ ਦੀ ਨਾਲ ਦੇਖੋ ਇਹਨਾਂ ਨੇ ਇੱਕ ਇਹ ਮੰਗ ਹੈਗੀ ਆ, ਦੂਜੀ ਮੰਗ ਹੈਗੀ ਕਿ ਬਾਸਮਤੀ ਕੇ MSP ਦਿੱਤੀ ਜਾਵੇ, ਘੱਟੋ ਘੱਟ 4500 ਰੁਪਇਆ ਪ੍ਰਤੀ ਕੁਆਂਟਲ ਜਿਹੜਾ ਇਹਦਾ MSP ਦੇ ਕੇ ਜਿਹੜਾ ਕਿਸਾਨਾਂ ਨੂੰ ਇਹਦੇ ਵਿੱਚ ਰਾਹਤ ਦਿੱਤੀ ਜਾਵੇ, ਤਾਂ ਜੋ ਜਿਹੜਾ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਆ, ਪਾਣੀ ਦਾ ਲੈਵਲ ਅਪ ਕਰਨ ਦੀ ਗੱਲ ਕਰਦੇ ਆ, ਤੇ ਬਾਸਮਤੀ ਨੂੰ ਥੋੜਾ ਪਾਣੀ ਲੱਗਦਾ ਹੈ, ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਕੋਈ ਆਸ ਹੋਵੇ, ਕਿਉਂਕਿ ਕਈ ਵਾਰੀ ਬਾਸਮਤੀ ਦਾ ਰੇਟ ਇੰਨਾ ਕੁ ਘੱਟ ਹੋ ਜਾਂਦਾ ਹੈ ਕਿ 2200, 2400, 2500 ਰੁਪਇਆ ਹੋ ਜਾਂਦਾ, ਤਾਂ ਫਿਰ ਕਿਸਾਨਾਂ ਨੂੰ ਜੀ ਪਤਾ ਨਹੀਂ ਖਾਂਦਾ। ਕੋਆਪਰੇਟਿਵ ਵਾਰੰਟ ਕੱਢੇ ਗਏ ਆ ਜੀ ਔਰ ਇਹਨਾਂ ਨੂੰ ਬੰਦ ਕਰੇ ਸਰਕਾਰ। ਇੱਕ ਇਹ ਅਹਿਮ ਮੰਗ ਸੀ, ਵਿੱਚ ਡਿਸਟਰਬੈਂਸ ਜੀ ਆ ਰਹੀ ਹੈ ਜੀ ਵਿੱਚ ਥੋੜੀ ਜੀ ਆਵਾਜ਼ ਦੇ ਵਿੱਚ ਜੀ। ਇੱਕ ਸਾਡਾ ਸੀਗਾ, ਦੇਖੋ ਪਿੱਛੇ ਬੇਸ਼ੱਕ ਆਮ ਆਦਮੀ ਬੇਸ਼ੱਕ ਕਾਂਗਰਸ ਦੀ ਸਰਕਾਰ ਆਈ ਹੈ, ਬੇਸ਼ੱਕ ਅਕਾਲੀ ਦਲ ਦੀ ਸਰਕਾਰ ਆਈ ਜਾਂ ਹੋਰ ਸਰਕਾਰਾਂ ਸਾਡੇ ਕੋਲ ਰਹੀਆਂ ਆ, ਪਰ ਪਹਿਲਾਂ ਝੋਨਾ 10 ਜੂਨ ਤੋਂ ਜਿਹੜੀ ਹੈ ਝੋਨੇ ਦੀ ਲਵਾਈ ਹੁੰਦੀ ਸੀ, ਪਰ ਇਸ ਵਾਰ ਸਰਕਾਰ ਨੇ ਜਿਹੜਾ ਨਵਾਂ ਫਰਮਾਨ ਜਾਰੀ ਕਰ ਦਿੱਤਾ ਆ, 4 ਜ਼ੋਨਾਂ ਦੇ ਵਿੱਚ ਵੰਡ ਕੇ 18, 22, 24 ਤੇ 26 ਇਹਨਾਂ 4 ਜ਼ੋਨਾਂ 'ਚ ਵੰਡ ਕੇ ਜਿਹੜੀ ਆ ਝੋਨੇ ਦੀ ਲਵਾਈ ਕਰਨ ਦਾ ਜਿਹੜਾ ਆਪਣਾ ਇੱਕ ਨਵਾਂ ਫਰਮਾਨ ਜਾਰੀ ਕੀਤਾ ਆ, ਉਹਦੇ ਵਿਰੋਧ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ, ਅਸੀਂ ਸਾਰਿਆਂ ਨੇ ਕਿਹਾ ਸੀ ਕਿ ਜਿਹੜੀ ਝੋਨੇ ਦੀ ਲਵਾਈ 10 ਜਿਹੜੀ ਹੈ ਜੂਨ ਤੋਂ ਕੀਤੀ ਜਾਵੇ, ਤਾਂ ਜੋ ਜਿਹੜੀਆਂ ਵੈਰਾਈਟੀਆਂ ਟਾਈਮ ਨਾਲ ਲੱਗ ਕੇ ਟਾਈਮ ਨਾਲ ਪੱਕ ਸਕਣ। ਇੱਕ ਮੋਟਰਾਂ ਦਾ ਲੋਡ ਵਧਾਉਣ VDS ਸਕੀਮ ਇਹਨਾਂ ਨੇ ਕੱਢੀ ਸੀ, ਉਹ ਪਰ ਹਾਊਸ ਪਾਵਰ ਜਿਹੜਾ ਆ 48-4900 ਰੁਪਏ ਪ੍ਰਤੀ ਹਾਊਸ ਪਾਵਰ ਜਿਹੜਾ ਲੋਡ ਵਧਾਉਣ ਦੀ ਜਿਹੜੀ ਫੀਸ ਰੱਖੀ ਗਈ ਆ, ਉਹ ਬਹੁਤ ਜ਼ਿਆਦਾ, ਇਸ ਕਰਕੇ ਉਹਨਾਂ ਨੂੰ ਕਿਹਾ ਸੀ ਜਿਹੜੀ ਫੀਸ ਹੈ 1200 ਰੁਪਏ ਪ੍ਰਤੀ ਹਾਊਸ ਪਾਵਰ ਕੀਤੀ ਜਾਵੇ। ਇੱਕ ਸਾਡੀ ਗੰਨੇ ਦੀ ਫਸਲ ਜਿਹੜੀ ਅਸੀਂ ਸਰਕਾਰ ਦੇ ਪਾਸ ਵੇਚੀ ਹੈ, 35 ਰੁਪਏ ਸਰਕਾਰ ਨੇ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਬਿਲਕੁਲ ਬੜੀ ਧੀਮੀ ਚਾਲ ਦੇ ਨਾਲ ਜਿਹੜੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾ ਰਹੀ ਆ। ਜੇਕਰ ਇਸੇ ਤਰ੍ਹਾਂ ਬਹੁਤ ਸਲੋ ਜਿਹੜੀ ਆ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਊਗੀ ਤਾਂ ਮੇਰਾ ਖਿਆਲ ਆ ਸਾਲ 1.5 ਸਾਲ ਤਾਂ ਇਸ ਤਰ੍ਹਾਂ ਇਸ ਰਾਸ਼ੀ ਨੂੰ ਲੱਗ ਜਾਊਗਾ। ਇਹਨੂੰ ਵੀ ਜਿਹੜਾ ਥੋੜਾ ਜਿਹਾ ਤੇਜ਼ ਕੀਤਾ ਜਾਵੇ। ਇੱਕ ਨਹਿਰੀ ਪਾਣੀਆਂ ਦਾ ਮੁੱਦਾ ਸਾਡੇ ਕੋਲ ਸੀਗਾ
ਕਿ ਜੇਕਰ ਪੰਜਾਬ ਦਾ ਜਿਹੜਾ ਪਾਣੀ ਆ, ਅਸੀਂ ਪੰਜਾਬ ਦੇ ਪਾਣੀ ਬਾਰੇ ਚਿੰਤਤ ਆ, ਔਰ ਪਾਣੀ ਦਾ ਜਿਹੜਾ ਆਪਾਂ ਲੈਵਲ ਆ ਉਹਨੂੰ ਅਪ ਕਰਨਾ ਆ। ਜਿਹੜਾ ਦੇਖੋ ਨਹਿਰੀ ਪਾਣੀਆਂ ਜਿਹੜਾ ਉਹਨਾਂ ਨੂੰ ਸੂਇਆਂ ਦੇ ਵਿੱਚ ਛੱਡਿਆ ਜਾਵੇ, ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕੇ ਜਿਹੜਾ ਟਿਊਬਲਾਂ ਨਾਲ ਅਸੀਂ ਥੱਲਿਓਂ ਪਾਣੀ ਬੋਰਾਂ ਰਾਹੀਂ ਕੱਢਦੇ ਆ ਜ਼ਮੀਨ ਦੇ ਵਿੱਚੋਂ, ਉਹ ਜਿਹੜਾ ਘੱਟ ਨਿਕਲੇ, ਤਾਂ ਜੋ ਜਿਹੜੀ ਸਾਡੀ ਫਸਲ ਦਾ ਸਿੰਜਾ ਹੋ ਸਕੇ, ਤਾਂ ਸਾਡਾ ਪਾਣੀ ਦਾ ਲੈਵਲ ਵੀ ਬਣਿਆ ਰਵੇ। ਇੱਕ ਨਹਿਰੀ ਪਾਣੀਆਂ ਦੀ ਮੰਗ ਸੀ। ਇੱਕ 2-2 ਲੱਖ ਰੁਪਈਆ ਜਿਹੜਾ ਪਿਛਲੀਆਂ ਸਰਕਾਰਾਂ ਨੇ ਜਿਹੜਾ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ, ਚਲੋ ਪੂਰਨ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ, ਪਰ 2-2 ਲੱਖ ਰੁਪਏ ਤੱਕ ਕਾਫੀ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਸੀ। ਜਿਹੜੇ ਰਹਿੰਦੇ ਕਿਸਾਨ ਆ ਉਹਨਾਂ ਦਾ ਵੀ ਕਰਜ਼ਾ 2-2 ਲੱਖ ਰੁਪਏ ਤੱਕ ਜਿਹੜਾ ਰਹਿੰਦਾ ਉਹ ਵੀ ਮਾਫ ਕਰਨ ਦੀ ਜਿਹੜੀ ਮੰਗ ਆ। ਇਹੋ ਜਿਹੀਆਂ ਮੰਗਾਂ ਜਿਹੜੀਆਂ ਆ ਉਹ ਆਮ ਤੌਰ ਤੇ ਇਹਨਾਂ ਦੇ ਸਾਹਮਣੇ ਰੱਖੀਆਂ ਸੀ, ਔਰ ਇਹਦੇ ਵਾਸਤੇ ਦੇਖੋ ਕਿ ਇੱਕ ਮੀਟਿੰਗ ਕੀਤੀ ਜਾਵੇ। ਮੀਟਿੰਗ ਦੇ चौहान जी थोड़ी आवाज कट रही है जी। चौहान जी सुन पा रहे हो तुसी? सो किसी तकनीकी कारण करके चौहान जी की आवाज साडे तक नहीं पहुंच रही ते मैं ਹਾਂਜੀ ਆ ਗਈ ਉਹ ਵਿੱਚ ਜੀ। ਤੇ ਚਲੋ ਮੀਟਿੰਗ ਦੀ ਉਹਨਾਂ ਤੋਂ ਮੰਗ ਕਰਦੇ ਸੀ, ਉਹਨਾਂ ਨੇ ਮੀਟਿੰਗ ਨਹੀਂ ਦਿੱਤੀ, ਪਰ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਮੀਟਿੰਗ ਕੀਤੀ ਸੀ 32 ਕਿਸਾਨ ਜਥੇ ਜਿਹੜੀਆਂ ਸੰਘਰਸ਼ਸ਼ੀਲ ਸੀਗੀਆਂ, ਉਹਨਾਂ ਦੇ ਵਿੱਚੋਂ ਵੀ ਇਹਨਾਂ ਨੇ ਥੋੜੀਆਂ ਜਥੇਬੰਦੀਆਂ ਨੂੰ ਬੁਲਾ ਕੇ ਇੱਕ ਆਪਾਂ ਮੀਟਿੰਗ ਕਰ ਲਈ। ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਪਾੜ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਅਪਣਾ ਕੇ ਕਿਤੇ ਨਾ ਕਿਤੇ ਆਪਣਾ ਪੱਤਾ ਖੇਡ ਰਹੀ ਆ। ਔਰ ਹੁਣ ਵੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੀ ਮੰਗ ਕੀਤੀ ਸੀਗੀ, ਪਰ ਐਨ ਮੌਕੇ ਤੇ ਜਦੋਂ ਇਹ ਆਪਣਾ ਕਾਫਲਾ ਲੈ ਕੇ ਆਪਾਂ ਚੰਡੀਗੜ੍ਹ ਵੱਲ ਪਹੁੰਚੇ ਆ ਤੇ ਅੰਬ ਸਾਹਿਬ ਗੁਰਦੁਆਰੇ ਜਾਣ ਤੋਂ ਪਹਿਲਾਂ ਹੀ ਮੀਟਿੰਗ ਦਾ ਸੱਦਾ ਆਉਂਦਾ ਕਿ 11:15 ਵਜੇ ਸੀਐਮ ਸਾਹਿਬ ਮੀਟਿੰਗ ਕਰਨਗੇ। ਚਲੋ ਮੀਟਿੰਗ ਦਾ ਟਾਈਮ ਫਿਕਸ ਹੋ ਜਾਂਦਾ ਆ, ਪਰ ਜਦੋਂ ਅੰਬ ਸਾਹਿਬ ਜਾ ਕੇ ਉੱਥੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਤਾਂ ਉਸ ਤੋਂ ਬਾਅਦ ਮੀਟਿੰਗ ਕੈਂਸਲ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਛੋਟੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਮੀਟਿੰਗ ਕਰ ਲਓ, ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਲਓ, ਮੈਨੂੰ ਕੋਈ ਜ਼ਰੂਰੀ ਕੰਮ ਹੈ, ਮੈਂ ਕਿਤੇ ਬਾਹਰ ਜਾ ਰਿਹਾ ਹਾਂ। ਇਹ ਮੈਸੇਜ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਮਿਲਿਆ ਹੈ, ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਮੀਟਿੰਗ ਕਰਨ ਤੋਂ ਵੀ ਭੱਜ ਗਏ ਆ, ਔਰ ਇਸ ਕਰਕੇ ਜਿਹੜੀਆਂ ਹੁਣ ਜਥੇਬੰਦੀਆਂ ਚੰਡੀਗੜ੍ਹ ਵੱਲ ਕੂਚ ਕਰ ਰਹੀਆਂ, ਪਹਿਲੇ ਬੈਰੀਗੇਡ ਤੇ ਜਿਹੜਾ ਆ ਉੱਥੇ ਆਪਣਾ ਪੱਕਾ ਧਰਨਾ ਲਾ ਦਿੱਤਾ ਹੈ ਜੀ। ਇਹ ਮੰਗਾਂ ਸਨ ਸਾਰੀਆਂ ਜੀ। ਕੇਸ ਮਠਾੜੂ ਜੀ, ਮੈਂ ਤੁਹਾਡੇ ਤੱਕ ਗੱਲ ਰੱਖਣਾ ਚਾਹਾਂਗਾ ਕਿ ਜਿਵੇਂ ਜੰਗਵੀਰ ਚੌਹਾਨ ਜੀ ਵੱਲੋਂ ਰੱਖਿਆ ਗਿਆ ਹੈ ਕਿ ਜਿਹੜੀਆਂ ਇਹ ਮੰਗਾਂ ਨੇ, ਕਿਵੇਂ ਵੇਖਦੇ ਹੋ ਕਿ ਮਾਨ ਸਰਕਾਰ ਇਹਨਾਂ ਨੂੰ ਸੋਲਵ ਕਰ ਸਕਦੀ ਹੈ, ਹੱਲ ਕਰਨ ਦਾ ਹੈਗਾ? ਕਿਉਂਕਿ ਤੁਸੀਂ ਵੀ ਕਿਤੇ ਨਾ ਕਿਤੇ ਸੱਤਾ ਦੇ ਵਿੱਚ ਰਹੇ ਹੋ, ਜਾਂ ਕਿਤੇ ਨਾ ਕਿਤੇ ਕਿਸਾਨ ਆਗੂਆਂ ਵੱਲੋਂ ਵੀ ਜਿੱਦ ਕੀਤੀ ਜਾ ਰਹੀ ਹੈ, ਕਿਵੇਂ ਵੇਖਦੇ ਹੋ? ਚਰਨਜੀਤ ਜੀ, ਗੱਲ ਪਤਾ ਕੀ ਹੈ, ਸਾਡੇ ਵੱਡੇ ਭਰਾ ਨੇ ਚੌਹਾਨ ਸਾਹਿਬ, ਇਹਨਾਂ ਨੂੰ ਸਾਰਾ ਪਤਾ ਹੈ, ਔਰ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੈ, ਸਾਰੇ ਪੈਨਲਿਸਟਾਂ ਨੂੰ ਪਤਾ ਕਿ ਸਾਡੇ ਕਿਸਾਨ ਵੀਰਾਂ ਨਾਲ ਧੱਕਾ ਤਾਂ ਦੇਖੋ ਹੋ ਰਿਹਾ। ਇਹਨਾਂ ਦੀਆਂ ਜੋ ਮੰਗਾਂ ਬਿਲਕੁਲ ਜਾਇਜ਼ ਮੰਗਾਂ, ਇਹ ਪੂਰੀਆਂ ਵੀ ਹੋਣੀਆਂ ਚਾਹੀਦੀਆਂ। ਚਲੋ ਜੋ ਸ਼੍ਰੋਮਣੀ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਦੱਸਿਆ ਕਿ ਪਹਿਲਾਂ ਤੁਹਾਡੀ ਸਰਕਾਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜੋ ਪਾਰਟੀ ਹੈ, ਜੋ ਅਗਰ ਆਪਣੀ ਪੰਜਾਬ ਦੀ ਇਹ ਜਥੇਬੰਦੀ ਹੈ, ਔਰ ਜਿਹੜੀ ਇਹ ਕਿਸਾਨਾਂ ਦੀ ਪਾਰਟੀ ਹੀ ਮੰਨੀ ਗਈ ਹੈ। ਕਿਸਾਨਾਂ ਵਾਸਤੇ ਅਗਰ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੀਤਾ। ਜੇ ਆਪਾਂ ਗਿਣਾਉਣ ਲੱਗ ਜਾਈਏ ਤਾਂ ਬੜੀ ਲੰਬੀ ਲਿਸਟ ਹੈ ਕਿਸਾਨਾਂ ਵਾਸਤੇ, ਚਾਹੇ ਖਾਲਿਆਂ ਦੀ ਗੱਲ ਕਰ ਲਈਏ, ਨਹਿਰਾਂ ਦੀ ਗੱਲ ਕਰ ਲਈਏ, ਮੰਡੀਆਂ ਦੀ ਗੱਲ ਕਰ ਲਈਏ, ਚਾਹੇ MSP ਵੀ ਸ਼੍ਰੋਮਣੀ ਅਕਾਲੀ ਦਲ ਹੀ ਲੈ ਕੇ ਆਇਆ ਸੀ ਸੈਂਟਰ ਚੋਂ, ਚਾਹੇ ਮਾਮਲਾ ਮੁਆਫ ਕਰਨ ਦੀ ਗੱਲ ਕਰ ਲਈਏ, ਟਰੈਕਟਰ ਟੈਕਸ ਫ੍ਰੀ, ਮੋਟਰਾਂ ਦੇ ਕਨੈਕਸ਼ਨ ਫ੍ਰੀ, ਬਿਜਲੀ ਮੋਟਰਾਂ ਵਾਸਤੇ, ਸਾਰਾ ਕੁਝ ਇਹੋ ਜਿਹਾ ਬੜਾ ਕੁਝ ਹੈ। ਚਲੋ ਜਿਹੜੀ ਆਪਣਾ ਖਰਾਬੇ ਦੀ ਗੱਲ ਕਹੇਗੀ ਉਹ ਵੀ 8000 ਤੇ 2000 ਉਦੋਂ ਸਮੇਂ ਮੁਤਾਬਕ ਜਿੰਨਾ ਠੀਕ ਲੱਗਿਆ ਸਰਕਾਰ ਨੇ ਚਲੋ ਦਿੱਤਾ ਗਰਦਾਵਰੀ ਕਰਾ ਕੇ। ਤਾਂ ਆਪਾਂ ਜਿਹੜੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ, ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਪਹਿਲੀ ਗੱਲ ਤਾਂ ਆਪਾਂ ਇੱਥੇ ਕਹਿੰਦੇ ਮਾਨ ਸਰਕਾਰ ਇੱਥੇ ਭਗਵੰਤ ਮਾਨ ਦੇ ਪੱਲੇ ਥੱਲੇ ਕੁਝ ਨਹੀਂ ਹੈ। ਇਹ ਜਿਹੜੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਦੀ ਆ, ਅਰਵਿੰਦ ਕੇਜਰੀਵਾਲ ਦੇ ਸੈਨਾ ਨਾਲ ਚੱਲਦੀ ਹੈ। ਮੈਂ ਤਾਂ ਮੇਰੇ ਭਰਾਵਾਂ ਨੂੰ ਕਹੂੰਗਾ ਕਿ ਜਿਵੇਂ ਮੋਦੀ ਸਾਹਿਬ ਦਾ ਘਰਾਵ ਕੀਤਾ ਸੀ, ਇਹ ਕੇਜਰੀਵਾਲ ਦੀ ਮਤਲਬ ਉੱਥੇ ਘਰਾਵ ਕਰਨਾ ਪੈਣਾ ਕੋਠੀ ਦਾ। ਇਹ ਅਰਵਿੰਦ ਕੇਜਰੀਵਾਲ ਨੇ ਹੀ ਤੁਹਾਡੀ ਜਿਹੜੀ ਮੀਟਿੰਗ ਹੈ ਇਹ ਕੈਂਸਲ ਕਰਵਾਈ ਹੈ 100%। ਉਹਨਾਂ ਨੇ ਕਿਹਾ ਹੋਣਾ ਭਗਵੰਤ ਮਾਨ ਜੀ ਨੂੰ ਫੋਨ ਕਰਕੇ, इनको जरूरत नहीं है मिलने की, इनको आप एक साइड कर दो, अपने आप चले जाएंगे। ये अरविंद केजरीवाल ਦੇ ਜਿਹੜੇ ਫਰਮਾਨ ਹੈ ਭਗਵੰਤ ਮਾਨ ਜੀ ਮੰਨਦੇ ਆ। ਦੂਜੀ ਗੱਲ, ਮੈਨੂੰ ਇੱਕ ਗੱਲ ਦੱਸੋ, ਕੇਜਰੀਵਾਲ ਜੀ ਨੇ ਸਭ ਤੋਂ ਪਹਿਲਾਂ ਕੀ ਸਟੇਟਮੈਂਟ ਦਿੱਤੀ ਸੀ ਸਰਕਾਰ ਆਉਣ ਤੋਂ ਪਹਿਲਾਂ? ਕਹਿੰਦੇ हमारी 10 तारीख को पंजाब में सरकार बन जाएगी, उसके बाद 10 मार्च के बाद एक भी किसान खुदकुशी नहीं करेगा। ਅੱਜ 24 ਕਿਸਾਨਾਂ ਦਾ ਨਾਮ ਤੇ ਲਿਸਟ ਮੇਰੇ ਕੋਲੇ ਪਈ ਹੈ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਔਰ ਅਗਰ ਪਾਣੀਆਂ ਦੀ ਗੱਲ ਕਰ ਲਈਏ, BBMB ਦੇ ਮੁੱਦੇ ਤੇ ਇਹਨਾਂ ਨੇ ਕੀ ਕੀਤਾ? ਕੋਈ ਰੌਲਾ ਨਹੀਂ ਪਾਇਆ। ਇਹਨਾਂ ਨੇ ਨਹੀਂ ਕਿਹਾ ਕਿ ਸਾਡਾ ਪਾਣੀਆਂ ਤੇ ਹੱਕ ਹੈ, ਕਦੇ ਰੌਲਾ ਨਹੀਂ ਪਾਇਆ। ਇਹਨਾਂ ਨੇ ਜਿਹੜੀ ਗੁਲਾਬੀ ਸੁੰਡੀ ਦੇ ਨਾਲ, ਪਹਿਲੀ ਗੱਲ ਤਾਂ ਕਰਜ਼ੇ ਦੀ ਮਾਫੀ ਦੀ ਗੱਲ ਇਹਨਾਂ ਨੇ ਕੀਤੀ ਸੀ। ਜਦੋਂ ਸਾਡੀ ਸਰਕਾਰ ਆਊਗੀ, ਅਕਾਲੀ ਦਲ ਨੇ ਨਹੀਂ ਮਾਫ ਕੀਤਾ,
ਕਾਂਗਰਸ ਨੇ ਨਹੀਂ ਕੀਤਾ, ਅਸੀਂ ਸਾਰਾ ਕਰਜ਼ਾ ਮਾਫ ਕਰਾਂਗੇ। ਉਸ ਤੋਂ ਭੱਜ ਗਏ। ਗੁਲਾਬੀ ਸੁੰਡੀ ਦਾ ਜਿਹੜਾ ਮੁਆਵਜ਼ਾ ਦੇਣਾ ਸੀ, ਕੁਝ ਕੁ ਜਿਹੜਾ ਮਿਲਿਆ ਉਹਨਾਂ ਨੂੰ, ਕਿਸਾਨਾਂ ਨੂੰ ਮਿਲਿਆ, ਉਸ ਤੋਂ ਬਾਅਦ ਉਹ ਤੋਂ ਭੱਜ ਗਏ। ਕਣਕ ਦਾ ਝਾੜ 10,000 ਰੁਪਇਆ ਕਿੱਲੇ ਮਗਰ ਜਿਹੜਾ ਉਹ ਘਟਿਆ, ਉਹ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ। ਹੁਣ ਤੁਸੀਂ ਇੱਕ ਗੱਲ ਦੱਸੋ, ਇਹ ਜਿਹੜੇ ਹੁਣ ਇੱਕ ਨਾ ਕਿਸਾਨਾਂ ਦੇ ਪ੍ਰਤੀ ਸਿਨੈਰੀਓ ਇਹਨਾਂ ਨੇ ਬਣਾ ਲਿਆ। ਸਿਨੈਰੀਓ ਕੀ ਬਣਾ ਲਿਆ? ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਹੈ, ਇਹਨਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਇਹਨਾਂ ਨੇ ਸੋਸ਼ਲ ਮੀਡੀਆ ਤੇ, ਮੀਡੀਆ ਤੇ, ਕਿ ਤੁਸੀਂ ਕਿਸਾਨਾਂ ਦੇ ਉਲਟ ਜਿਹੜਾ ਹੈਗਾ ਇੱਕ ਪ੍ਰੋਪੋਗੰਡਾ ਕਰਨਾ ਹੈ। ਪ੍ਰੋਪੇਗੰਡਾ ਕਰ ਰਹੇ ਆ ਇਹ ਕਿ ਕਿਸਾਨਾਂ ਦੀ ਬਦੌਲਤ ਹੀ ਸਭ ਕੁਝ ਹੁੰਦਾ ਹੈ। ਜਿਹੜਾ ਪਾਣੀ ਨੀਚੇ ਗਿਆ, ਇਹਨਾਂ ਦੇ ਹਰਪਾਲ ਚੀਮਾ ਦੀ ਵੀ ਸਟੇਟਮੈਂਟ ਆਈ, ਉਹਨਾਂ ਨੇ ਸਿੱਧਾ ਅਟੈਕ ਤਾਂ ਨਹੀਂ ਕੀਤਾ ਕਿਸਾਨਾਂ ਤੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਕੀਤਾ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀਆਂ ਮੋਟਰਾਂ ਦੇ ਕਨੈਕਸ਼ਨ ਦਿੱਤੇ ਆ ਨਾ, ਉਹਦੇ ਕਰਕੇ ਉਹਨਾਂ ਦੀ ਗਲਤ ਨੀਤੀ ਸੀ, ਉਹਦੇ ਕਰਕੇ ਪਾਣੀ ਜਿਹੜਾ ਹੈਗਾ ਨੀਚੇ ਚਲਾ ਗਿਆ। ਕਨੈਕਸ਼ਨਾਂ ਨੂੰ ਵੀ ਇਹ ਗਲਤ ਕਹਿੰਦੇ ਆ। ਹੁਣ ਦੂਸਰੀ ਗੱਲ ਅਗਰ ਆਪਾਂ ਕਰ ਲਈਏ ਇਹਨਾਂ ਦੀ, ਕਿ ਝੋਨੇ ਦੀ ਬਿਜਾਈ, ਜਿਸ ਤਰ੍ਹਾਂ ਸਾਡੇ ਵੱਡੇ ਵੀਰ ਨੇ ਚੌਹਾਨ ਸਾਹਿਬ ਨੇ ਕਿਹਾ, ਝੋਨੇ ਦੀ ਬਿਜਾਈ ਇਹ ਜਾਣਬੁੱਝ ਕੇ ਲੇਟ ਕਰ ਰਹੇ ਆ। ਬਿਜਲੀ ਦੀ ਕਿੱਲਤ ਵੀ ਜਾਣਬੁੱਝ ਕੇ ਕ੍ਰੀਏਟ ਕਰ ਰਹੇ ਆ, ਇਸ ਕਰਕੇ ਕਿ ਝੋਨਾ ਘੱਟ ਤੋਂ ਘੱਟ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਅੱਗੇ ਝੋਨਾ ਸਾਡਾ ਹੈ ਜਿਹੜਾ ਚੱਕਣਾ ਪੈਣਾ ਸਾਨੂੰ। ਤੇ ਜਿਹੜੀ ਪਰਾਲੀ ਦੀ ਹੈ, ਉਹਦਾ ਤਾਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੇ ਜਿਹੜਾ ਹੈਗਾ ਐਫੀਡੈਵਿਟ ਦੇ ਦਿੱਤਾ ਉੱਥੇ ਵੀ, ਪੰਜਾਬ ਤੋਂ ਜਿਹੜਾ ਧੂੰਆਂ ਆਉਂਦਾ ਹੈ ਉਹ ਪਰਾਲੀ ਨੂੰ ਵੀ ਅੱਗ ਨਹੀਂ ਜਿਹੜੀ ਹੈਗੀ ਆ ਉਹ। ਇਹ ਸਾਰਾ ਸਿਸਟਮ ਹੈ ਜਿਹੜਾ ਇਹ ਆਪਣਾ ਪ੍ਰੋਪੇਗੰਡਾ ਕਰ ਰਹੇ ਆ। ਅਰਵਿੰਦ ਕੇਜਰੀਵਾਲ ਦੀ ਜਿਹੜੀ ਸੋਚ ਹੈ ਉਹ ਤਾਂ ਕਿਸਾਨਾਂ ਦੇ ਪਹਿਲਾਂ ਹੀ ਉਲਟ ਸੀ, ਕਿਉਂਕਿ ਖੇਤੀ ਕਾਨੂੰਨ ਜਿਹੜੇ 3 ਆਏ ਸੀ, ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਨੋਟੀਫਾਈ ਕਰਨ ਵਾਲਾ ਅਰਵਿੰਦ ਕੇਜਰੀਵਾਲ ਸੀ। ਤੋਂ ਕਿਸਾਨਾਂ ਦੇ ਪ੍ਰਤੀ ਇਹਨਾਂ ਦੀ ਨੀਅਤ ਹੈ ਜਿਹੜੀ ਉਹ ਬਿਲਕੁਲ ਠੀਕ ਨਹੀਂ ਹੈ। ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿਸੇ ਕਿਸਾਨ ਦੀ, ਉਹ ਕਹਿੰਦਾ ਭਾਈ ਮੈਂ 2 ਫੁੱਟ ਮਿੱਟੀ ਦਾ ਠੇਕਾ ਦਿੱਤਾ ਕਿਸੇ ਨੂੰ, ਵੀ ਮੇਰੇ ਖੇਤ ਦੇ ਵਿੱਚੋਂ 2 ਫੁੱਟ ਮਿੱਟੀ ਹੈ ਜਿਹੜੀ ਉਹ ਚੁੱਕ ਲਓ, 40,000 ਰੁਪਏ ਕਿੱਲੇ ਦਾ ਜਿਹੜਾ ਹੈਗਾ ਉਹਨੇ ਠੇਕੇ ਤੇ ਦਿੱਤੀ। ਔਰ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਮਾਈਨਿੰਗ ਐਕਟ ਨੂੰ ਇੰਨਾ ਮਿਸਯੂਜ਼ ਕਰ, ਇਸ ਤਰ੍ਹਾਂ ਕਿ ਮਾਈਨਿੰਗ ਦੀ ਕੀ ਹੈ, ਇੱਕ ਕਿਸਾਨ ਨੇ ਖੇਤ ਦੇ ਵਿੱਚ, ਕੱਲ ਨੂੰ ਇਹ ਕਹਿਣਗੇ ਤੁਸੀਂ ਕਰਾ ਨਹੀਂ ਲਾ ਸਕਦੇ ਖੇਤਾਂ ਦੇ ਵਿੱਚ। ਸੋ ਇਹ ਕਿਸਾਨਾਂ ਦੇ ਜਿਹੜਾ ਹੈਗਾ ਇਹ ਬਹੁਤ ਹੀ ਉਲਟ ਇਹਨਾਂ ਦਾ ਜਿਹੜਾ ਵਿਊ ਹੈ, ਜਿਹੜਾ ਇਹ ਕਿਸਾਨਾਂ ਦੇ ਪ੍ਰਤੀ ਇਹਨਾਂ ਦੀ ਕੋਈ ਮਨਸ਼ਾ ਬਹੁਤੀ ਚੰਗੀ ਨਹੀਂ ਹੈ। ਇਸੇ ਕਰਕੇ ਅਸੀਂ ਹਮੇਸ਼ਾ ਇੱਕ ਗੱਲ ਕਿਹਾ ਕਰਦੇ ਸੀ ਪਹਿਲਾਂ ਵੀ, ਦੇਖੋ ਇਹਨਾਂ ਨੇ ਪਹਿਲਾਂ ਕਿਸਾਨਾਂ ਦੇ ਝੰਡੇ ਪਕੜ ਕੇ ਕਿਸਾਨਾਂ ਨੂੰ ਬਦਨਾਮ ਕੀਤਾ, ਕਦੇ ਕਿਸੇ ਨੂੰ ਘੇਰ ਲਿਆ, ਕਿਸੇ ਨੂੰ ਕੁੱਟਮਾਰ ਕਰਤੀ। ਜਿਹੜੇ ਸਾਡੇ ਕਿਸਾਨ ਵੀਰ ਆ ਉਹ ਕਦੇ ਇਹੋ ਜਿਹਾ ਕੰਮ ਨਹੀਂ ਕਰਦੇ, ਇਹਨਾਂ ਦੇ ਹੀ ਬੰਦੇ ਸੀ। ਹੁਣ ਵੀ ਜਿਹੜੇ ਕਿਸਾਨਾਂ ਦੇ ਨਾਲ ਪਿੰਡਾਂ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਆ, ਉਹ ਵਿੱਚ ਵੜ ਕੇ ਕਦੇ ਜਿਹੜੇ ਮੂਹਰੇ ਬਣ ਕੇ ਐਸੀ ਭਾਈਚਾਰੇ ਨੂੰ ਲੜਾ ਰਹੇ ਆ, ਉੱਥੇ ਮਤੇ ਪਵਾ ਰਹੇ ਆ, ਕਿਤੇ ਕਿਸਾਨਾਂ ਦੇ ਵਿੱਚ ਇਹਨਾਂ ਦੇ ਬੰਦੇ ਮੂਹਰੇ ਵੜ ਕੇ ਲਵਾ ਰਹੇ ਆ। ਹੁਣ ਦੇਖਿਆ ਪਿੱਛੇ ਜੇ ਪਤਾ ਨਹੀਂ ਕਿਹੜੇ ਪਿੰਡ ਚੋਂ ਗਰਾਹਾਂ ਜਥੇਬੰਦੀ ਹੈ ਜਿਹੜੀ, ਉਹਨਾਂ ਦੇ ਮੂਹਰੇ ਇਹਨਾਂ ਦੇ ਬੰਦੇ ਹੋ ਗਏ। ਸੋ ਇਹ ਇਹਨਾਂ ਦਾ ਕੰਮ ਹੈ ਕਿ ਸਾਰਿਆਂ ਨੂੰ ਪਾੜ ਕੇ ਰੱਖੋ ਇੱਕ ਜਗ੍ਹਾ। ਆੜਤੀਆਂ ਨਾਲ ਲੜਵਾਤਾ ਇਹਨਾਂ ਨੇ। ਸੋ ਇਹਨਾਂ ਦਾ ਮਤਲਬ ਹੈ ਪੰਜਾਬ ਨੂੰ ਇਹਨਾਂ ਨੇ ਡੀਸਟੇਬਲ ਕਰ ਦਿੱਤਾ ਹੈ। ਪੰਜਾਬ ਦੀ ਹਾਲਤ ਹੈ ਜਿਹੜੀ ਅੱਜ ਤੁਹਾਨੂੰ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, 10 ਟੁਕੜੀਆਂ ਜਿਹੜੀਆਂ ਅਰਧ ਬਲ ਸੈਨਿਕਾਂ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੰਗੀਆਂ ਸੈਂਟਰ ਤੋਂ, ਅਮਿਤ ਸ਼ਾਹ ਜੀ ਤੋਂ, ਕਿ ਸਾਨੂੰ ਦਿਓ, ਸਾਡਾ ਪੰਜਾਬ ਦਾ ਜਿਹੜਾ ਹੈਗਾ ਮਾਹੌਲ, ਜਿਹੜਾ ਲਾ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ, ਉਹਨੂੰ ਸੁਧਾਰਨ ਵਾਸਤੇ। ਇਟ ਮੀਨਸ ਇਹ ਇਕੱਲੀ ਲਾ ਐਂਡ ਆਰਡਰ ਦੀ ਸਥਿਤੀ ਤਾਂ ਐਡਮਿਟ ਕਰ ਗਏ ਕਿ ਸਾਡੇ ਤੋਂ ਸੰਭਾਲਿਆ ਨਹੀਂ ਜਾ ਰਿਹਾ। ਸੋ ਇਸੇ ਕਰਕੇ ਹੁਣ ਮੈਂ ਵੱਡੇ ਭਰਾ ਨੂੰ ਕਹੂੰਗਾ ਕਿ ਇਹ ਜਿਹੜਾ ਆਪਣਾ ਹੁਣ ਤੁਸੀਂ ਚੰਡੀਗੜ੍ਹ ਧਰਨਾ ਲਾ ਰਹੇ, ਤੁਹਾਡੇ ਵਾਸਤੇ ਵੀ ਵਰਤਣਗੇ ਉਹਨਾਂ ਨੂੰ। ਸੋ ਇਸ ਕਰਕੇ ਇਹ ਕੋਈ ਬਹੁਤੀ ਚੰਗੀ ਸਰਕਾਰ, ਇਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਹੈ, ਔਰ ਪੰਜਾਬ ਦੇ ਹੱਕ ਨੂੰ ਇਹ ਬਿਲਕੁਲ ਵੀ ਵਧੀਆ ਨਹੀਂ ਹੈਗੇ। ਤਾਂ ਮੈਂ ਸਮਝਦਾ ਕਿ ਇਹਨਾਂ ਦਾ ਡਟ ਕੇ ਸਾਨੂੰ ਵਿਰੋਧ ਕਰਨਾ ਚਾਹੀਦਾ। ਸਾਰੀਆਂ ਜਥੇਬੰਦੀਆਂ ਦਾ ਡਟ ਕੇ ਵਿਰੋਧ ਕਰ, ਅਸੀਂ ਆਪਣੇ ਹੱਕ ਲੈਣੇ ਆ। ਕੁਲਦੀਪ ਧਾਲੀਵਾਲ ਜੀ, ਤੁਹਾਡੇ ਵੱਲ ਆਉਂਗਾ। ਦੇਖੋ ਅੱਜ ਮਾਨ ਸਰਕਾਰ ਵੱਲੋਂ ਸਿੱਧੇ ਤੌਰ ਤੇ ਇੱਕ ਜਿਵੇਂ ਫਰਮਾਨ ਰੱਖਿਆ ਗਿਆ ਸੀ 2022 ਦੀ ਚੋਣਾਂ ਤੋਂ ਪਹਿਲਾਂ ਕਿ ਕਿਸਾਨਾਂ ਦੀ ਸੁਣੀ ਜਾਏਗੀ, ਆਖਰ ਅੱਜ ਕਿਸਾਨਾਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ। ਤੇ ਜਿਸ ਤਰ੍ਹਾਂ KS ਮਠਾੜੂ ਜੀ ਨੇ ਵੀ ਕਿਹਾ ਕਿ 10 ਅਰਧਵਲ ਸੈਨਿਕਾਂ ਦੀ ਫੌਜ ਵੀ ਮੰਗੀ ਗਈ ਹੈ, ਬਟਾਲੀਅਨ ਮੰਗੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕਿਤੇ ਨਾ ਕਿਤੇ ਕਿਸਾਨਾਂ ਤੇ ਵੀ ਵਰਤਣ ਦੀ ਤਿਆਰੀ ਹੈ। ਆਖਰਕਾਰ ਕੀ ਸੁਜੈਸ਼ਨ ਦਿਓਗੇ ਮਾਨ ਸਰਕਾਰ ਨੂੰ? ਖਾਸ ਕਰਕੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਇਸ ਤੋਂ ਪਹਿਲਾਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਧਰਨਾ ਲਗਾਇਆ ਗਿਆ ਸੀ, ਆਖਰ ਮੋਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ। ਇਸ ਦੇ ਬਾਬਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤੇ ਸਲਾਹ ਵੀ ਕੀ ਦਿੰਦੇ ਹੋ? ਧਾਲੀਵਾਲ ਜੀ ਦੇਖੋ ਚਰਨਜੀਤ ਜੀ, ਪਹਿਲਾਂ ਤਾਂ ਮੈਂ ਤੁਹਾਡੇ ਯਾਦ ਹੋਣਾ, ਤੁਹਾਡੇ ਚੈਨਲ ਤੇ ਵੀ ਸ਼ਾਇਦ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਕੰਮ ਜਿਹੜੇ ਹੈਗੇ ਆ ਬੜੇ ਸਲਾਹੇ ਹੈ। ਪਹਿਲਾ ਤਾਂ ਜਿਹੜਾ ਹੈਗਾ ਉਹਨਾਂ ਨੇ ਮੂੰਗੀ ਤੇ ਜਿਹੜਾ ਉਹ ਬਾਸਮਤੀ ਬੀਜਣ ਦੀ ਸਲਾਹ ਦਿੱਤੀ ਸੀ, ਤੇ ਦੂਜਾ ਬਦਲਵੀਆਂ ਫਸਲਾਂ ਮਤਲਬ ਡਿਵਰਸਿਫਿਕੇਸ਼ਨ ਦੀ ਗੱਲ ਕੀਤੀ। ਚਲੋ ਮੈਂ ਕਿਹਾ ਸ਼ੁਰੂਆਤ ਕੀਤੀ, ਅੱਛੀ ਗੱਲ ਹੈ। ਦੂਜਾ ਜਿਹੜਾ ਇਹਨਾਂ ਨੇ ਕਬਜ਼ੇ ਵਾਲੀਆਂ ਜ਼ਮੀਨਾਂ ਜਿਹੜੀਆਂ ਛੜਾਈਆਂ ਸੀ, ਉਹ 2 ਕੰਮਾਂ ਨੂੰ ਜੇ ਆਪਾਂ ਛੱਡ ਕੇ ਇੱਕ ਪਾਸੇ ਰੱਖ ਦਈਏ ਤਾਂ ਬਾਕੀ ਤਾਂ ਇਹਨਾਂ ਨੇ ਹਰ 2 ਦਿਨ 'ਚ ਇੱਕ ਕਿਸਾਨ ਖੁਦਕੁਸ਼ੀ ਤੇ ਇੱਕ ਨਸ਼ਾ
ਲੈ ਕੇ ਆਪਣਾ ਨੌਜਵਾਨ ਦੀ ਮੌਤ ਹੋਈ ਹੈ। ਹੂੰ 8000 ਕਰੋੜ ਦਾ ਕਰਜ਼ਾ ਤਕਰੀਬਨ ਇਹਨਾਂ ਨੇ ਜਿਹੜਾ ਹੈਗਾ 60 ਦਿਨਾਂ ਦੇ ਵਿੱਚ, ਜਿਹੜਾ 2 ਮਹੀਨਿਆਂ ਦੇ ਵਿੱਚ ਚੱਕਿਆ ਹੈ। ਹੂੰ ਤੋ ਉਹ ਜਿਹੜੇ ਸਾਡੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟਿਆ ਹੈ, ਔਰ ਜਿਹੜਾ ਵਾਰੰਟ ਕੱਢੇ ਹੈ ਕਿਸਾਨਾਂ ਦੇ, ਸਾਡੇ ਅਧਿਆਪਕਾਂ ਨੂੰ ਕੁੱਟਿਆ ਗਿਆ ਹੈ। ਤੋ ਹੋਰ ਤਾਂ ਕੋਈ ਇਹਨਾਂ ਦੀ ਪ੍ਰਾਪਤੀ ਨੇੜੇ ਤੇੜੇ ਵੀ ਨਹੀਂ। ਤਰਾਈ ਤਰਾਈ ਕਰਨ ਪੰਜਾਬ ਲਾਤਾ। ਜਿਹੜੇ ਫਿਰਕੂ ਦੰਗੇ ਆ ਪੰਜਾਬ ਦੇ ਵਿੱਚ, ਉਹ ਮਾਹੌਲ ਸਿਰਜਿਆ ਇੱਕ ਪੂਰਾ। ਕਾਲੀ ਮਾਤਾ ਦੇ ਮੰਦਿਰ ਤੇ ਵੀ ਹਮਲਾ ਹੋਇਆ, ਖਾਲਿਸਤਾਨੀ ਐਲੀਮੈਂਟਸ ਜਿਹੜੀ ਮੂਵਮੈਂਟਸ ਹੋਈ, ਉਹ ਸਾਰੀਆਂ ਚੀਜ਼ਾਂ ਅੰਮ੍ਰਿਤਸਰ ਦੇ ਉਧਰ ਕੀ ਕੁਛ ਹੋਇਆ, ਬਹੁਤ ਮਤਲਬ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਜੇ ਆਪਾਂ ਗਿਣ ਲੱਗ ਜਾਈਏ। ਕਤਲ ਜਿਹੜੇ ਇੰਨੇ ਹੋ ਗਏ, ਲਾਅ ਐਂਡ ਆਰਡਰ ਤਾਂ ਇਹਨਾਂ ਤੋਂ ਸੰਭਲ ਹੀ ਨਹੀਂ ਪਾ ਰਿਹਾ। ਮਤਲਬ ਮੈਂ ਜੇ ਅੱਜ ਗੱਲ ਕਰਾਂ, ਆਮ ਆਦਮੀ ਪਾਰਟੀ ਸਰਕਾਰ ਇੱਕ ਤਰ੍ਹਾਂ ਨਾਲ ਹੱਥ ਖੜੇ ਕਰ ਗਈ ਹੈ ਕਿ ਸਾਡੇ ਤੋਂ ਨੀ ਵੀਰੇ ਕੁਝ ਹੁੰਦਾ। ਔਰ ਕੇਜਰੀਵਾਲ ਸਾਹਿਬ ਕੋਲੇ ਭੱਜ ਕੇ ਚਲੇ ਗਏ ਆ ਮਾਨ ਸਾਹਿਬ ਵੀ ਮੈਨੂੰ ਹੁਣ ਕੋਈ ਰਾਹ ਦੱਸੋ, ਮੈਨੂੰ ਨਹੀਂ ਕੋਈ ਰਾਹ ਲੱਭਦਾ। ਜੱਟਾਂ ਨੇ ਫੇਰ ਆ ਕੇ ਬਈ ਪਾਵਾ ਮੱਲ ਲਿਆ। ਜਿਹੜੀ ਗੱਲ ਆ ਜਿੱਥੋਂ ਤੱਕ ਅਰਧ ਸੈਨਿਕ ਬਲ ਮੰਗਣ ਦੀ ਤੇ ਉਹਨਾਂ ਦਾ ਕਿਸਾਨਾਂ ਤੇ ਪ੍ਰਯੋਗ ਕਰਨ ਦੀ ਜਿਹੜਾ ਸ਼ੰਕਾ ਅਕਾਲੀ ਦਲ ਦੇ ਬੁਲਾਰੇ ਨੇ ਜਿਹੜਾ ਕਿਹਾ ਕਿ ਉਹਨਾਂ ਨੂੰ ਨਾ ਮਿਲੇ, ਮੈਂ ਇਸ ਗੱਲ ਨੂੰ ਤਾਂ ਬਿਲਕੁਲ ਜਿਹੜਾ ਹੈਗਾ ਸਪਸ਼ਟ ਕਰ ਦੇਣਾ ਚਾਹਣਾ ਕਿ ਆਮ ਆਦਮੀ ਪਾਰਟੀ ਜੇ ਕੁਛ ਇਸ ਤਰ੍ਹਾਂ ਦਾ ਆਪਦੇ ਮਨ ਦੇ ਵਿੱਚ ਰੱਖੀ ਬੈਠੀ ਹੈ ਕਿ ਉਹ ਕਿਸਾਨਾਂ ਤੇ ਕੋਈ ਤਸ਼ੱਦਦ ਕਰੂਗੀ, ਤਾਂ 1% ਵੀ ਜਿਹੜਾ ਹੈਗਾ ਉਹ ਮੋਦੀ ਸਰਕਾਰ ਬਰਦਾਸ਼ਤ ਨਹੀਂ ਕਰੂਗੀ। ਆਪਣੇ ਕੋਲੇ ਕੋਈ ਬੁਲਾਰਾ ਹੈ ਨਹੀਂ। ਇਹ ਗੱਲ ਮੇਰੀ ਸਪਸ਼ਟ ਤੌਰ ਤੇ ਉਹ ਸੁਣ ਲੈਣ। ਕੇਂਦਰ ਵੱਲੋਂ ਸਪਸ਼ਟ ਸੰਦੇਸ਼ ਆ, ਕੋਈ ਵੀ ਬਲ ਪ੍ਰਯੋਗ ਜਿਹੜਾ ਹੈਗਾ ਉਹ ਕਿਸਾਨਾਂ ਤੇ ਕਰਨ ਵਾਸਤੇ ਕੇਂਦਰ ਸਰਕਾਰ ਬਰਦਾਸ਼ਤ ਨਹੀਂ ਕਰੂਗੀ। ਜਿੱਥੋਂ ਤੱਕ ਮੰਗਾਂ ਦਾ ਸਵਾਲ ਹੈ, ਹੁਣ ਪਹਿਲੀ ਗੱਲ ਜਿਹੜੀ ਚੌਹਾਨ ਸਾਹਿਬ ਨੇ ਗੱਲ ਕੀਤੀ ਹੈ, ਆਪਾਂ ਉੱਥੋਂ ਤੋਰਦੇ ਹਾਂ। ਜਿਹੜੀ ਇਹ ਕਹਿੰਦੇ ਆ ਕਿ ਜੀ MSP ਦੇਣੀ ਹੈ, ਇਹਨਾਂ ਨੇ ਐਲਾਨ ਕੀਤਾ ਤੁਹਾਡੇ ਚੈਨਲ ਤੇ ਆ ਕੇ ਅਸੀਂ ਮੂੰਗੀ ਤੇ MSP ਦੇਵਾਂਗੇ ਜੀ, ਬਿਲਕੁਲ। ਔਰ ਗੁੰਮਰਾਹ ਕਿੰਨਾ ਕਰਦੇ, ਗੁੰਮਰਾਹ ਕਰਦੇ, ਕਹਿੰਦੇ ਅਸੀਂ ਬਾਸਮਤੀ ਤੇ ਦੇਵਾਂਗੇ। ਔਰ ਉਹ ਨਾ ਇਹਨਾਂ ਕੋਲੇ ਮੂੰਗੀ ਤੇ ਅਧਿਕਾਰ ਹੈ ਦੇਣ ਦਾ MSP, ਨਾ ਇਹਨਾਂ ਕੋਲੇ PDC ਤੇ, ਕਿਉਂਕਿ MSP ਮੈਂ ਭੁਲੇਖਾ ਦੂਰ ਕਰਦਾ ਤੁਹਾਡੇ ਦਰਸ਼ਕਾਂ ਦਾ ਦੁਬਾਰਾ। ਜਿਹੜੀ MSP ਦੀ ਗੱਲ ਕਰਦੀਆਂ ਸਰਕਾਰਾਂ, ਭਾਵੇਂ ਕੇਂਦਰ ਆ ਭਾਵੇਂ ਰਾਜ ਸਰਕਾਰ ਹੈ, ਉਹ PDC ਰਾਹੀਂ ਜਿੰਨਾ ਕੇਂਦਰ ਮਾਲ ਚੱਕਦਾ ਉਹਦੀ ਗੱਲ ਕਰਦੇ ਆ। ਇਹ ਇੱਕ ਘਾ ਦਿੰਦੇ ਆ, ਲੱਛੇਦਾਰ ਬਣਾ ਦਿੰਦੇ ਗੱਲ ਨੂੰ। ਹੁਣ PDC ਰਾਹੀਂ ਚੱਕਣਾ ਦਾ ਕੇਂਦਰ ਨੇ ਹੈ, ਇਹਨਾਂ ਨੇ ਤਾਂ ਉੱਥੋਂ ਦਾਣਾ ਨਹੀਂ ਚੱਕਣਾ ਇੱਕ ਵੀ। ਜਦੋਂ ਇਹਨਾਂ ਨੇ ਦਾਣਾ ਨਹੀਂ ਚੱਕਣਾ, ਢੰਗ ਨਾਲ ਕਹੀ ਜਾਂਦੇ ਅਸੀਂ ਚੱਕ ਲਾਂਗੇ। ਇਹ ਇੱਕ 14,000 ਕਰੋੜ ਦੀ ਇੱਕ ਲਿਮਟ ਪਈ ਆ ਉੱਤੇ ਕਿ ਜੇ PDC ਰਾਹੀਂ ਜਿਹੜੀਆਂ ਫਸਲਾਂ ਸਰਕਾਰ ਚੱਕਦੀ ਹੈ ਉਹਨੂੰ ਵੇਚ ਦੇਣ ਕਿਸਾਨ, ਤਾਂ ਉਹਦੇ ਵਿੱਚ ਜਿਹੜਾ ਬਚੇਗਾ ਮਾਰਜਨ ਉਹ ਲਿਆ ਕੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ। ਉਹ ਪਿਛਲੀ ਸਰਕਾਰ ਕੋਈ ਵੀ ਲਿਆ ਕੇ ਨਹੀਂ ਦੇ ਸਕੀ ਤੇ ਬਦਲੀਆਂ ਫਸਲਾਂ ਉਹ ਇੱਕ ਇਹਨਾਂ ਨੂੰ ਦੇਤਾ, ਕਿਸੇ IAS ਅਫਸਰ ਨੇ ਦੇਤਾ ਇਹਨਾਂ ਨੂੰ ਵੀ ਤੁਸੀਂ ਏਦਾਂ ਕਰ ਲਓ। ਉਹ ਬਲੱਫ ਖੇਡੀ ਜਾਂਦੇ ਆ ਕਿਸਾਨਾਂ ਨਾਲ। ਜਾਂ ਤਾਂ ਇਹ ਬੰਦੇ ਦੇ ਪੁੱਤ ਬਣ ਕੇ ਸਿੱਧੀ MSP ਡਿਕਲੇਅਰ ਕਰਨ, MSP ਤੇ ਵੀ ਆ ਬਾਈ ਮੂੰਗੀ ਆ ਸਾਡੀ 500 ਚੱਕੂਗੀ, ਮਾਰਕਫੈਡ ਚੱਕੂਗੀ, ਆ ਹੈਗੀ ਬਾਸਮਤੀ, ਆ ਪਿਆ ਬੀ, ਇੱਥੋਂ ਬੀ ਲਓ ਤੇ ਅਸੀਂ ਬਾਸਮਤੀ ਇੱਥੋਂ ਚੱਕਾਂਗੇ, ਸਾਡਾ ਪੰਜਾਬ ਐਗਰੋ ਵੇਚੂ। ਕੋਈ ਪਾਲਿਸੀ ਦਾ ਇਹ ਨਹੀਂ, ਗੁੰਮਰਾਹ ਰੋਜ਼ ਗੁੰਮਰਾਹ ਰੋਜ਼ ਗੁੰਮਰਾਹ। ਫੇਰ ਜੇ ਮਾੜਾ ਜਿਹਾ ਇੱਥੇ ਘੇਰ ਲੈਨੇ ਤੁਹਾਡੇ ਚੈਨਲ ਤੇ ਆ ਕੇ, ਫੇਰ ਕਹਿ ਦਿੰਦੇ ਆ ਜੀ ਸਮਾਂ ਦਿਓ ਧਾਲੀਵਾਲ ਸਾਹਿਬ, ਸਾਨੂੰ ਹਜੇ ਮਸਾਂ 2 ਮਹੀਨੇ ਹੋਏ, ਥੋੜਾ ਸਮਾਂ ਦਿਓ। ਹੁਣ ਭਾਈ ਕਿੰਨਾ ਸਮਾਂ ਦੇਈ ਚੱਲੀਏ? ਅਸੀਂ ਵੀ ਕਿਤੇ ਸਾਰਿਆਂ ਨੂੰ ਜਵਾਬ ਦੇਣਾ ਹੁੰਦਾ ਜਾ ਕੇ ਵੀ ਭਾਈ ਉੱਥੇ ਤੁਸੀਂ TV ਤੇ ਗਏ ਸੀ, ਕੀ ਮੂੰਹ ਲੈ ਕੇ ਉੱਥੇ ਬੈਠੇ ਸੀ, ਤੁਹਾਡੇ ਤੋਂ ਆਮ ਆਦਮੀ ਪਾਰਟੀ ਵਾਲੇ ਟਾਈਮ ਲੈ ਕੇ ਮੁੜ ਗਏ। ਕਿੰਨਾ ਕਿ ਇਹਨਾਂ ਦਾ ਝੂਠ ਬਰਦਾਸ਼ਤ ਕਰੀ ਜਾਈਏ? ਹੁਣ ਬਹੁਤ ਹੋ ਗਿਆ, ਹੁਣ ਇਹਨਾਂ ਨੂੰ ਜਵਾਬ ਦੇਣਾ ਪੈਣਾ। ਹੁਣ ਜੇ ਇਹਨਾਂ ਨੇ ਜਵਾਬ ਨਾ ਦਿੱਤਾ ਤਾਂ ਇਹਨਾਂ ਦੀ ਸੰਘੀ ਜਿਹੜੀ ਆ ਉਹ ਕੁੱਟੀ ਜਾਣੀ। ਸੋ ਪ੍ਰਦੀਪ ਮਾਨ ਜੀ, ਤੁਸੀਂ ਕਿਵੇਂ ਵੇਖਦੇ ਹੋ ਅੱਜ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ? ਭਗਵੰਤ ਮਾਨ ਦੀ ਅੱਜ ਮੀਟਿੰਗ ਪਹਿਲਾਂ ਰੱਖੀ ਗਈ ਸੀ, ਪਰੰਤੂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੋਈ ਮੀਟਿੰਗ ਨਹੀਂ ਰੱਖੀ ਗਈ, ਕਿਸਾਨਾਂ ਨੂੰ ਦਰਕਨਾਰ ਕਰ ਦਿੱਤੇ ਗਿਆ ਇੱਕ ਤਰੀਕੇ ਦੇ ਨਾਲ, ਤੇ ਕਿਸਾਨਾਂ ਵੱਲੋਂ ਹੁਣ ਧਰਨਾ ਤਕਰੀਬਨ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਬੈਰੀਕੇਡ ਤਾਂ ਉਹਨਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇੱਕ ਦਿਨ ਦਾ ਅਲਟੀਮੇਟਮ ਵੀ ਦਿੱਤਾ ਗਿਆ। ਜੀ ਮਾਨ ਸਾਹਿਬ। ਚਰਨਜੀਤ ਜੀ, ਅੱਜ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਇੱਕ ਵਾਰ ਫੇਰ ਦੇਸ਼ ਦਾ ਅੰਨਦਾਤਾ ਕਿਸਾਨ ਸੜਕਾਂ ਤੇ ਹੈ। ਪਹਿਲਾਂ ਹੀ ਆਪਾਂ ਦੇਖਿਆ ਸਾਰਿਆਂ ਨੇ ਕਿ 14 ਮਹੀਨੇ ਕਿਸਾਨ ਪਹਿਲਾਂ MSP ਦੀ ਲੜਾਈ ਲੜਦਾ ਦਿੱਲੀ ਦੇ ਸਿੰਘੂ ਬਾਰਡਰ ਤੇ ਬੈਠਾ ਰਿਹਾ। 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਉਸ ਲੜਾਈ ਦੇ ਵਿੱਚ। ਅੱਜ ਸਭ ਤੋਂ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦਾ ਹੀ ਕਿਸਾਨ ਹੈ, ਪੰਜਾਬ ਦਾ ਹੀ ਅੰਨਦਾਤਾ ਤੇ ਪੰਜਾਬ ਦੀ ਹੋਈ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਖੁਦ ਨੂੰ ਕਹਿੰਦੀ ਸੀ ਕਿ ਅਸੀਂ ਪੰਜਾਬ ਹਿਤੈਸ਼ੀ ਹੈ, ਉਹਨਾਂ ਨੇ ਬੈਰੀਕੇਡਿੰਗ ਲਾ ਕੇ ਅੱਜ ਕਿਸਾਨਾਂ ਦੇ ਖਿਲਾਫ ਫੋਰਸ ਖੜੀ ਕਰਕੇ ਕਿਸਾਨਾਂ ਨੂੰ ਇੱਕ CM ਕਹਿੰਦਾ ਸੀ ਅਸੀਂ ਆਮ CM ਆਮ ਆਦਮੀ ਪਾਰਟੀ ਦੇ CM ਅਸੀਂ ਲੋਕਾਂ ਨੂੰ ਮਿਲਾਂਗੇ। ਕੱਲ ਵੀ ਲੋਕ ਮਿਲਣੀ ਰੱਖੀ ਹੈ। ਕਿਸਾਨ ਕਿੰਨੇ ਦਿਨਾਂ ਤੋਂ ਟਾਈਮ ਮੰਗ ਰਹੇ ਨੇ ਔਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ।
ਕਿਸਾਨ ਦੀ ਮੰਗ ਕੀ ਹੈ? ਜਿਹੜਾ ਇਹ 1500 ਰੁਪਇਆ ਜੀਰੀ ਤੇ ਕਹਿੰਦੇ ਨੇ, ਸਿੱਧੀ ਬਿਜਾਈ ਤੇ ਕਿਸਾਨ ਕਹਿੰਦੇ ਨੇ ਵੀ ਇਹ ਘੱਟ ਹੈ। ਅਸੀਂ ਵੱਖ-ਵੱਖ ਬੁਲਾਰੇ, ਢਾਲੀਵਾਲ ਸਾਹਿਬ ਨੇ, ਮਠਾੜੂ ਸਾਹਿਬ ਨੇ, ਹੋਰ ਬੁਲਾਰਿਆਂ ਨੇ ਵੀ ਬੇਨਤੀ ਟੀਵੀ ਤੇ ਆ ਕੇ ਕੀਤੀ ਹੈ, ਭਾਈ 1500 ਰੁਪਇਆ ਘੱਟ ਹੈ ਕਿਸਾਨ ਨੂੰ। ਕਿਸਾਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ, ਸਾਡਾ ਵੀ ਭਾਵਨਾਵਾਂ ਜੁੜੀਆਂ ਨੇ। 5000 ਰੁਪਏ ਘੱਟੋ ਘੱਟ ਕਿਸਾਨ ਨੂੰ ਦਿੱਤੇ ਜਾਣ। ਹਰ ਕਿਸਾਨ ਲਾਈਟ ਦੇ ਪਾਣੀ ਪਿੱਛੇ, ਜਿਵੇਂ ਹੁਣ ਆਪਣੇ ਸਾਡੇ ਸੀ ਜਿਹੜੇ ਸਤਿਕਾਰਯੋਗ ਚੌਹਾਨ ਸਾਹਿਬ ਬੈਠੇ ਨੇ, SKM ਦੇ ਲੀਡਰ, ਉਹਨਾਂ ਨੇ ਸਾਰਾ ਵਿਸਤਾਰ ਦੱਸਤਾ। ਚਾਹੇ ਬਾਸਪਤੀ ਤੇ MSP ਦੀ ਗੱਲ ਕਰ ਲਓ, ਚਾਹੇ ਗੰਨੇ ਦੀ ਗੱਲ ਕਰ ਲਓ, ਚਾਹੇ ਲਾਈਟ ਦੀ ਗੱਲ ਕਰ ਲਓ, ਚਾਹੇ ਹੁਣ ਹਾਰਸ ਪਾਵਰ ਦੇ ਸਿੱਧਾ 5000 ਰੁਪਇਆ ਹਾਰਸ ਪਾਵਰ ਦੀ ਫੀਸ ਰੱਖਤੀ, ਉਹ ਵੀ ਕਿਸਾਨ ਤੇ ਬਰਡਨ ਪੈਣਾ ਆ। ਤਾਂ ਕਿਸਾਨ ਦਾ ਜਿਹੜਾ ਕਿਸਾਨ ਦਿਨੋਂ ਦਿਨ ਕਰਜ਼ੇ ਦੇ ਥੱਲੇ ਬੋਝ ਥੱਲੇ ਹੋਰ ਦਬਦਾ ਜਾ ਰਿਹਾ ਆ। ਬੜੇ ਦੁੱਖ ਦੀ ਗੱਲ ਹੈ। ਮਠਾੜੂ ਸਾਹਿਬ ਨੇ ਵੀ ਕਿਹਾ, ਉਹਨਾਂ ਦੀ ਉਹੀ ਗੱਲ ਨੂੰ ਦੁਹਰਾਉਣਾ ਦੁਬਾਰਾ ਕਿ ਇਹ ਉਹੀ ਕੇਜਰੀਵਾਲ ਸਾਹਿਬ ਨੇ, ਚਰਨਜੀਤ ਜੀ, ਜਿਹੜੇ ਕਹਿੰਦੇ ਸੀਗੇ ਕਿ ਫਰਵਰੀ ਦੇ ਵਿੱਚ ਆਉਂਦੇ ਹੀ ਜਦੋਂ ਇਲੈਕਸ਼ਨ ਹੋਊਗਾ, ਮਾਰਚ ਦੇ ਵਿੱਚ ਰਿਜ਼ਲਟ ਆਊਗਾ, ਠੀਕ ਹੈ ਜੀ, ਸਰਕਾਰ ਬਣ ਜੂਗੀ ਤੇ 1 ਅਪ੍ਰੈਲ ਤੋਂ ਇੱਕ ਵੀ ਕਿਸਾਨ ਆਪਣੀ ਆਤਮ ਹੱਤਿਆ ਨਹੀਂ ਕਰੂਗਾ। ਪਰ ਲਗਾਤਾਰ 60 ਦਿਨਾਂ ਦੇ ਵਿੱਚ 24 ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ। ਕਦੇ ਕਣਕ ਦਾ ਦਾਣਾ ਸ਼ਰਿੰਕ ਹੋ ਗਿਆ, ਝਾੜ ਘੱਟ ਹੋਣ ਦੇ ਕਾਰਨ ਕਿਸਾਨ ਨੇ ਫਾਹਾ ਲੈਣਾ ਹੀ ਚੰਗਾ ਸਮਝਿਆ ਆਪਣੇ ਆਪ ਨੂੰ, ਠੀਕ ਹੈ ਜੀ। ਰੀਸੈਂਟਲੀ ਕਬੈਨ ਦੇ ਉੱਪਰ ਲਟਕ ਕੇ ਇੱਕ ਕਿਸਾਨ ਨੇ ਆਪਣੀ ਆਤਮ ਹੱਤਿਆ ਕਰ ਲਈ। ਚਾਹੇ ਕਿਸਾਨ ਦਾ ਜਿਹੜਾ ਵਾਰੰਟ ਨਿਕਲੇ ਸੀ, ਵਾਰੰਟ ਨਾਲ ਢਾਲੀਵਾਲ ਸਾਹਿਬ ਤਾਂ ਇਹ ਚੀਜ਼ ਨੂੰ ਸਮਝਦੇ ਨੇ, ਅਸੀਂ ਸਾਰੇ ਸਮਝਦੇ ਹਾਂ। ਵਾਰੰਟ ਨਾਲ ਕਿਸਾਨਾਂ ਦਾ ਬਹੁਤ ਮਨ ਟੁੱਟਿਆ। ਢਾਲੀਵਾਲ ਸਾਹਿਬ ਲੋਕਾਂ ਦੇ ਡਿਪਰੈਸ਼ਨ ਚ ਆ ਗਏ ਜਦੋਂ ਵਾਰੰਟ ਕੱਢੇ ਨੇ। ਉਸ ਤੋਂ ਬਾਅਦ ਵੀ ਉਹਨਾਂ ਨੇ ਫਾਹੇ ਵੱਲ ਆਪਣਾ ਰਾਹ ਅਪਣਾਇਆ। ਅੱਜ ਸਾਰਿਆਂ ਨੇ ਦੇਖਿਆ ਆ, ਕੱਲ ਵੀ ਅਸੀਂ ਟੀਵੀ ਤੇ ਬੈਠੇ ਸੀ ਸਾਰੇ ਬੁਲਾਰੇ, ਕੱਲ ਵੀ ਦੇਖਿਆ, ਕੱਲ ਵੀ ਲੋਕਾਂ ਨੂੰ ਲੋਕ ਮਿਲਣੀ ਚ ਪਹਿਲਾਂ ਤਾਂ ਸੱਦ ਲਿਆ ਚੰਡੀਗੜ੍ਹ, ਫਿਰ ਉੱਥੇ ਮਿਸਮੈਨੇਜਮੈਂਟ ਹੋਈ, ਲਿਸਟਾਂ ਬਣਾਈਆਂ ਗਈਆਂ, ਕੁਝ ਲੋਕ ਬਾਹਰ, ਉਹਨਾਂ ਨੂੰ ਬਾਹਰੋਂ ਹੀ ਭੇਜਤਾ, ਕੁਝ ਲੋਕ ਉੱਥੇ ਹਰਾਸ਼ ਹੋਏ, ਕੁਝ ਨੂੰ ਬੁਲਾ ਕੇ ਉਹਨਾਂ ਦੀ ਗੱਲ ਸੁਣ ਲਈ। ਅੱਜ ਵੀ ਕਿਸਾਨਾਂ ਨੂੰ ਪਹਿਲਾਂ ਟਾਈਮ ਦਿੱਤਾ ਗਿਆ ਪ੍ਰੋਪਰ 11 ਵਜੇ, ਤੁਸੀਂ ਆ ਜਾਓ। ਕਿਸਾਨ ਦੇ ਜਿਹੜੇ ਸਤਿਕਾਰਯੋਗ ਸਾਡੇ ਲੀਡਰ ਗੱਲ ਕਰਨ ਗਏ ਨੇ, ਉਹ ਲੀਡਰ ਪੂਰੇ ਪੰਜਾਬ ਦੀ ਗੱਲ ਕਰਨ ਗਏ ਨੇ। ਹਰ ਬੰਦਾ ਕਿਸਾਨੀ ਨਾਲ ਜੁੜਿਆ, ਕੋਈ ਖੇਤੀ ਕਰਦਾ ਨਹੀਂ ਕਰਦਾ, ਠੀਕ ਹੈ ਜੀ। ਆਟਾ ਤਾਂ ਸਾਰੇ ਪੰਜਾਬ ਦੇ ਹੀ ਖਾਂਦੇ ਨੇ, ਸਾਰਾ ਦੇਸ਼ ਹੀ ਖਾਂਦਾ ਆਟਾ। ਤਾਂ ਕਣਕ ਬੀਜਦਾ ਹੈ ਕਿਸਾਨ, ਉਹਨਾਂ ਨੂੰ ਬੁਲਾਇਆ ਗਿਆ, ਫਿਰ ਗੱਲ ਨਹੀਂ ਰੱਖੀ ਗਈ। ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ, ਮੈਨੂੰ ਬਿਜ਼ੀ ਆ, ਮੈਂ ਕਿਤੇ ਜਾਣਾ ਕਿਤੇ ਹੋਣਾ। ਹੁਣ ਉਹੀ ਪੁਰਾਣੀ ਗੱਲ, ਕਿਤੇ ਹੋਰ ਕੇਜਰੀਵਾਲ ਸਾਹਿਬ ਦਾ ਪ੍ਰਚਾਰ ਕਰਨ ਜਾਣਾ ਹੋਣਾ। 8000 ਕਰੋੜ ਰੁਪਇਆ ਕਰਜ਼ਾ ਲੈ ਲਿਆ, ਸਿੱਧਾ 140 ਕਰੋੜ ਰੁਪਇਆ ਚਰਨਜੀਤ ਜੀ ਰੋਜ਼ ਬਣਦਾ। 60 ਦਿਨਾਂ ਦੇ 8000 ਨੂੰ ਡਿਵਾਈਡ ਕਰ ਲਓਗੇ ਤਾਂ 140 ਕਰੋੜ ਰੁਪਇਆ ਰੋਜ਼ ਬਣਦਾ। 62 ਲੱਖ ਰੁਪਇਆ ਦਾ ਖਰਚਾ ਹੈ। ਉੱਥੇ ਜਾ ਕੇ ਆਪਣਾ ਇੱਥੇ ਗੁਜਰਾਤ 'ਚ ਜਾ ਕੇ ਇੱਕ ਦੌਰੇ ਤੇ ਖਰਚੇ ਆਉਂਦੇ ਨੇ, ਪੈਸੇ ਤਾਂ ਉੱਧਰ ਖਰਚ ਹੋ ਰਹੇ ਨੇ। ਸਿਕਿਉਰਿਟੀ ਦੀ ਗੱਲ ਕਰਦੇ ਸੀ ਅੱਜ ਵੀ ਮਠਾੜੂ ਸਾਹਿਬ ਨੇ ਵੀ ਦੱਸਿਆ, ਮੈਂ ਵੀ ਅੱਜ ਦੇਖ ਰਿਹਾ ਸੀ ਕਿ ਸਾਨੂੰ ਸੁਰੱਖਿਆ ਦੇ ਲਈ ਕੇਂਦਰ ਤੋਂ ਡਿਮਾਂਡ ਕਰਦੇ ਨੇ ਸਿਕਿਉਰਿਟੀ। ਜਿਹੜੇ ਪੰਜਾਬ ਪੁਲਿਸ ਦੇ ਕਮਾਂਡੋ ਨੇ, ਉਹ ਤਾਂ ਕੇਜਰੀਵਾਲ ਸਾਹਿਬ ਨੂੰ ਸਿਕਿਉਰਿਟੀ ਲਈ ਪ੍ਰੋਵਾਈਡ ਕਰਤੇ। ਮਾਨ ਸਾਹਿਬ ਦੀ ਜਿਹੜੀ ਸਿਸਟਰ ਆ ਸਾਡੇ ਸਤਿਕਾਰਯੋਗ ਨੇ, ਮੈਂ ਇਸ ਚੀਜ਼ ਤੋਂ ਹੈਰਾਨ ਕਿ ਮਾਨ ਸਾਹਿਬ ਦੀ ਸਿਸਟਰ ਨੂੰ ਜੈਡ ਸਿਕਿਉਰਿਟੀ ਦੇਣ ਦੀ ਕੀ ਲੋੜ ਆ? ਉਹਨਾਂ ਨੂੰ ਕੀ ਖਤਰਾ? ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਹੋਣਾ ਚਾਹੀਦਾ। ਉਹ ਤਾਂ ਆਮ ਲੋਕ ਨੇ, ਸਾਡੇ ਵਰਗੇ ਆਮ ਆਦਮੀ ਪਾਰਟੀ ਦੇ, ਉਹਨਾਂ ਤੇ ਜ਼ੋਰ ਲਾਇਆ ਜਾ ਰਿਹਾ। ਤਾਂ ਇਹੀ ਬੇਨਤੀ ਹੈ ਆਮ ਆਦਮੀ ਪਾਰਟੀ ਨੂੰ ਕਿ ਜਿਹੜਾ ਕਿਸਾਨ ਆ MSP ਦੀ ਲੜਾਈ ਲੜ ਰਿਹਾ ਹੈ, ਭਾਵੇਂ ਕੇਂਦਰ ਸਰਕਾਰ ਨੇ ਵੀ ਐਸੀ ਗੱਲ ਨਹੀਂ ਵੀ ਕਿਸਾਨਾਂ ਦੇ ਹੱਕ 'ਚ ਚੰਗੇ ਸਟੈਪ ਨਹੀਂ ਲਏ, ਕੇਂਦਰ ਸਰਕਾਰ ਵੀ ਲੈ ਰਹੀ ਆ। ਪੰਜਾਬ ਸਰਕਾਰ ਨੂੰ ਕੋਆਰਡੀਨੇਸ਼ਨ ਬਣਾ ਕੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੇ ਬਣਦੇ ਜਿਹੜੀ ਡਿਮਾਂਡਸ ਨੇ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਕਿਸਾਨ ਹੈ ਜਿਹੜਾ ਆਪਣੀ ਖੇਤੀਬਾੜੀ ਵੱਲ ਧਿਆਨ ਦੇ ਸਕੇ। ਫਿਲਹਾਲ ਧਰਨਿਆਂ ਤੇ ਬਹਿਣ ਦਾ ਕਿਸਾਨ ਦਾ ਦਿਲ ਨਹੀਂ ਕਰਦਾ ਕਿ ਪਾਣੀ ਦਾ ਬਛਾਰਾ ਕਿਸਾਨ ਖਾਵੇ। ਕਿਸਾਨ ਤਾਂ ਕਹੀਂ ਜਾ ਕੇ ਮਿਹਨਤ ਕਰਕੇ ਖੇਤ ਦੇ ਵਿੱਚ ਕੰਮ ਕਰ ਸਕਦਾ। ਕਿਸਾਨ ਦਾ ਕੀ ਦਿਲ ਕਰਦਾ ਕਿ ਉਹਦੇ ਪਾਣੀ ਦਾ ਬਛਾਰਾ ਖਾਵੇ, ਆਪਣਾ ਪਰਿਵਾਰ ਛੱਡ ਕੇ, ਆਪਣਾ ਕੰਮ ਛੱਡ ਕੇ? ਇਹ ਲੋਕ ਮਜਬੂਰ ਕਰ ਰਹੇ ਨੇ ਹੁਣ। ਤੋਂ ਇਹੀ ਬੇਨਤੀ ਹੈ ਕਿ ਤੁਸੀਂ ਹਤੈਸ਼ੀ ਨਾ ਬਣੋ। ਜੀ ਜੰਗਵੀਰ ਜੀ, ਦੇਖੋ ਹੁਣ ਲਗਭਗ ਜਿਸ ਤਰ੍ਹਾਂ ਅੱਜ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਅਲਟੀਮੇਟਮ ਤਾਂ ਜ਼ਰੂਰ ਦੇ ਦਿੱਤਾ ਗਿਆ ਕਿ ਜੇ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਅਸੀਂ ਦਿੱਲੀ ਦੀ ਤਰਜ਼ ਤੇ ਚੰਡੀਗੜ੍ਹ ਘੇਰਾਂਗੇ। ਆਖਿਰ ਮੰਗਾਂ ਕਾਫੀ ਹੱਦ ਤੱਕ ਜਿਵੇਂ ਵੱਖੋ-ਵੱਖ ਬੁਲਾਰਿਆਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ, ਕੁਲਦੀਪ ਜੀ ਵੱਲੋਂ ਵੀ, ਮਠਾੜੂ ਸਾਹਿਬ ਵੱਲੋਂ ਵੀ ਤੇ ਮਾਨ ਸਾਹਿਬ ਵੱਲੋਂ ਵੀ, ਕਿ ਮੰਗਾਂ ਕਿਸਾਨਾਂ ਦੀਆਂ ਜਾਇਜ਼ ਨੇ। ਹੁਣ ਦੇਖੋ, ਮਾਨ ਸਾਹਿਬ ਨਾਲ ਅੱਜ ਤੁਹਾਡੀ ਮੀਟਿੰਗ ਨਹੀਂ ਹੋਈ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਕਰੋ, ਉਹਦਾ ਮਸਲਾ ਦਾ ਹੱਲ ਕਰਾਂਗੇ। ਹੁਣ ਕਿਵੇਂ ਵੇਖਦੇ ਹੋ ਕਿ ਅਜੇ ਤੱਕ ਕਿਸੇ ਵੀ ਤੌਰ ਤੇ ਅਧਿਕਾਰਿਕ ਤੌਰ ਤੇ ਕੋਈ ਮੀਟਿੰਗ ਨਹੀਂ ਹੋਈ ਜਿਸ ਦੇ ਤਹਿਤ ਕਿਸਾਨਾਂ ਵੱਲੋਂ ਕੋਈ ਫਰੰਟ ਫੁੱਟ ਜਾਂ ਬੈਕ ਫੁੱਟ ਦਾ ਫੈਸਲਾ ਲਿਆ ਜਾ ਸਕੇ? ਹੁਣ ਅਗਲੇ ਦੌਰ ਨੂੰ ਕਿਵੇਂ ਵੇਖਦੇ ਹੋ? ਜੇਕਰ ਪੰਜਾਬ ਦੇ ਖਜ਼ਾਨੇ ਤੇ ਝਾਤ ਮਾਰੀ ਜਾਵੇ, ਪੰਜਾਬ ਦਾ ਖਜ਼ਾਨਾ ਵੀ, ਪੰਜਾਬ ਦੀ ਆਰਥਿਕ ਸਥਿਤੀ ਵੀ ਕਾਫੀ ਡਾਮਾਡੋਲ ਹੈ, ਤੇ ਹੁਣ ਕਿਸਾਨਾਂ ਦਾ ਇਹ ਮਸਲਾ ਹੱਲ ਕਿਵੇਂ ਹੋਵੇਗਾ? ਹਾਲਾਂਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਮੋਦੀ ਸਰਕਾਰ ਵੱਲੋਂ 1 ਲੱਖ ਕਰੋੜ ਰੁਪਏ ਦਾ ਆਰਥਿਕ ਬਜਟ, ਆਰਥਿਕ ਮਦਦ ਮੰਗਣ ਦੀ ਗੱਲ ਆਖੀ ਗਈ ਹੈ, ਤੇ ਹੁਣ ਕਿਸਾਨੀ ਮਸਲੇ ਨੂੰ ਲੈ ਕੇ ਜਿਹੜੀਆਂ ਤੁਹਾਡੀ ਮੰਗਾਂ ਨੇ
ਉਹਨਾਂ ਦੇ ਦੌਰ ਦੇ ਵਿੱਚ ਹੁਣ ਇਹ ਡੈਡਲੌਕ ਟੁੱਟੂਗਾ ਕਿਵੇਂ? ਅਜੇ ਤੱਕ ਤਾਂ ਡੈਡਲੌਕ ਹੀ ਹੈ। ਜੀ ਚੌਹਾਨ ਜੀ। ਚਰਨਜੀਤ ਜੀ ਦੇਖੋ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਜਿੱਥੇ ਵੀ ਡਿਬੇਟਾਂ ਚੱਲਦੀਆਂ ਸਾਡੇ ਸਾਰੇ ਵੀਰ ਬੀਜੇਪੀ ਤੋਂ ਧਾਲੀਵਾਲ ਸਾਹਿਬ, ਮਾਨ ਸਾਹਿਬ, ਸਾਡੇ ਐਡਵੋਕੇਟ ਸਾਹਿਬ, ਸਾਰੇ ਅਸੀਂ ਡਿਬੇਟਾਂ ਦੇ ਵਿੱਚ ਬਹਿਨੇ ਆ, ਪਰ ਜਿਹੜਾ ਆਮ ਆਦਮੀ ਪਾਰਟੀ ਵਾਲਾ ਖਾਨਾ ਖਾਲੀ ਹੁੰਦਾ ਝਾੜੂ ਵਾਲਾ। ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਵੀ ਨਹੀਂ ਕਰਦੇ, ਅੰਦਰ ਏਸੀ ਕਮਰੇ ਦੇ ਵਿੱਚ ਬੈਠ ਕੇ ਸਾਡੇ ਸੀਐਮ ਸਾਹਿਬ ਅੰਦਰੋਂ ਫਰਮਾਨ ਜਾਰੀ ਕਰ ਦਿੰਦੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰੈਸ ਤੋਂ ਵੀ ਭੱਜਦੇ ਨਜ਼ਰ ਆ ਰਹੇ ਆ, ਲੋਕਾਂ ਤੋਂ ਵੀ ਭੱਜਦੇ ਨਜ਼ਰ ਆ ਰਹੇ ਆ। ਦੇਖੋ, ਜਿਹੜੀ ਆਰਥਿਕ ਸਥਿਤੀ ਦੀ ਤੁਸੀਂ ਗੱਲ ਕੀਤੀ ਆ, ਆਰਥਿਕ ਤਾਣਾ ਬਾਣਾ ਤਾਂ ਪਹਿਲਾਂ ਹੀ ਡਾਊਨ ਹੋਇਆ ਪਿਆ ਸਾਡੇ ਦੇਸ਼ ਦਾ। ਔਰ ਦੇਖੋ, ਸਾਡੇ ਕੋਲ ਕਣਕ ਕਾਫੀ ਮਾਤਰਾ ਦੇ ਵਿੱਚ ਵੱਧ ਆ, ਸਾਡੇ ਕੋਲ ਜਿਹੜੇ ਅਨਾਜ ਭੰਡਾਰ ਆ ਭਰੇ ਪਏ ਨੇ, ਔਰ ਅਨਾਜ ਭੰਡਾਰ ਜਿਹੜੇ ਭਰੇ ਪਏ ਨੇ ਤੇ ਇਹਨਾਂ ਨੂੰ ਐਕਸਪੋਰਟ ਕਰਨ ਦੀ ਗੱਲ ਸੀ ਕਿ ਬਾਹਰਲੇ ਦੇਸ਼ਾਂ ਨੂੰ, ਜਿੱਥੇ ਸਾਨੂੰ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਕੋਈ ਚੰਗਾ ਭਾਅ ਮਿਲਦਾ ਆ, ਉੱਥੇ ਇਸ ਕਣਕ ਨੂੰ ਵਾਧੂ ਨੂੰ ਵੇਚਿਆ ਜਾਵੇ। ਔਰ ਦੇਖੋ, ਐਕਸਪੋਰਟ ਬੰਦ ਕਰ ਦਿੱਤੀ ਹੈ। ਔਰ ਉਹ ਬਿਲਕੁਲ ਹੁਣ ਤੁਸੀਂ FCI ਦੇ ਗਡਾਊਨਾਂ ਦੇ ਵਿੱਚ ਜਾ ਕੇ ਦੇਖੋ, ਜਾਂ ਜਿੱਥੇ ਵੀ ਕਣਕ ਸਟਾਕ ਕੀਤੀ ਹੈ ਉੱਥੇ ਤੁਸੀਂ ਦੇਖੋ ਕਣਕ ਦਾ ਬੁਰਾ ਹਾਲ ਆ। ਬਾਹਰ ਤਰਪਾਲਾਂ ਪਾਈਆਂ ਹੋਈਆਂ, ਮੀਂਹ ਹਨੇਰੀਆਂ, ਝੱਖੜ ਤੂਫਾਨ, ਮੀਂਹ ਸਾਰਾ ਕੁਝ ਉਹਦੇ ਉੱਪਰ ਹੀ ਪੈਂਦਾ। ਉਹਦੀ ਕੋਈ ਏਡੀ ਸਾਂਭ ਸੰਭਾਲ ਨਹੀਂ ਜਿਹੜੀ ਸਾਡੇ ਗਰੀਬ ਲੋਕਾਂ ਨੂੰ ਵੀ ਕਣਕ ਵੰਡਦੇ ਆ। ਔਰ ਉਹ ਵੀ ਬਿਲਕੁਲ ਦਾਣਾ ਜਿਹੜਾ ਕਾਲਾ ਹੋਇਆ ਹੁੰਦਾ, ਬੁੱਸੀ ਹੋਈ ਕਣਕ ਆ, ਉਹ ਉਹਨਾਂ ਨੂੰ ਦਿੰਦੇ ਆ। ਪਰ ਜੇਕਰ ਸਾਡੇ ਕੋਲ ਅਨਾਜ ਵੱਧ ਆ, ਦੇਖੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਕੋਲ ਅਨਾਜ ਵੱਧ ਆ, ਤੇ ਬੇਸ਼ੱਕ ਪੂਰਾ ਦੇਸ਼ ਅਨਾਜ ਨਾ ਬੀਜੇ ਤਾਂ 1-2 ਸਾਲ ਤਾਂ ਇਦਾਂ ਵੀ ਨਿਕਲ ਸਕਦੇ ਆ। ਦੇਖੋ, ਜੇ ਅਨਾਜ ਵੱਧ ਆ, ਜੇ ਕਣਕ ਵੱਧ ਆ, ਤੇ ਉਹਨੂੰ ਬਾਹਰ ਐਕਸਪੋਰਟ ਕਰਨ, ਤਾਂ ਜੋ ਸਾਡੀ ਆਰਥਿਕ ਸਥਿਤੀ ਸਾਡੇ ਦੇਸ਼ ਦੀ ਮਜ਼ਬੂਤ ਹੋ ਸਕੇ, ਕੋਈ ਨਾ ਕੋਈ ਸਾਡੇ ਪੈਰਾਂ ਤੇ ਵਜਨ ਆਵੇ। ਦੇਖੋ, ਡਾਲਰ ਦੇ ਮੁਕਾਬਲੇ ਰੁਪਈਆ ਬਿਲਕੁਲ ਖਤਮ ਹੁੰਦਾ ਜਾ ਰਿਹਾ ਆ। ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼੍ਰੀਲੰਕਾ ਵਾਲਾ ਹਾਲ ਨਾ ਸਾਡੇ ਜਿਹੜਾ ਦੇਸ਼ ਦਾ ਹੋ ਜਵੇ। ਪਰ ਜੇ ਹੁਣ ਆਪਾਂ ਧਰਨਿਆਂ ਦੀ ਗੱਲ ਕਰੀਏ, ਦੇਖੋ ਇੱਕ ਮੀਟਿੰਗ ਕਰ ਲੈਂਦੇ ਮਸਲਾ ਹੱਲ ਹੋ ਜਾਣਾ ਸੀ। ਇਹ ਕਿਤੇ ਨਾ ਕਿਤੇ ਜਿਹੜੀ ਆ ਆਮ ਆਦਮੀ ਪਾਰਟੀ ਸਰਕਾਰ ਆ, ਗਿੱਲਾ ਪੀਣ ਪਾ ਕੇ ਬਹਿ ਗਈ ਆ। ਦੇਖੋ, ਕਿਸਾਨ ਤਾਂ ਦਿੱਲੀ ਨੂੰ ਗਏ ਨਹੀਂ, ਪਿੱਛੇ ਨੂੰ ਮੁੜੇ ਸੀ, ਇਹ ਤਾਂ ਚੰਡੀਗੜ੍ਹ ਆ ਜੀ। ਔਰ ਚੰਡੀਗੜ੍ਹ ਦੇ ਵਿੱਚ ਹੁਣ ਗਏ ਆ। ਹੁਣ ਦੇਖਦੇ ਆ, ਕੱਲ 12 ਵਜੇ ਦਾ ਅਲਟੀਮੇਟਮ ਦਿੱਤਾ ਹੈ ਨਾ ਆਮ ਆਦਮੀ ਪਾਰਟੀ ਸਰਕਾਰ ਨੂੰ। ਹੁਣ ਉੱਪਰੋਂ ਕੀ ਫਰਮਾਨ ਜਾਰੀ ਹੁੰਦੇ ਆ, ਕੇਜਰੀਵਾਲ ਸਾਹਿਬ ਕੀ ਕਹਿੰਦੇ ਆ, ਮੀਟਿੰਗ ਕਰਨੀ ਕਿ ਨਹੀਂ ਕਰਨੀ, ਫੇਰ ਹੀ ਮਾਨ ਸਾਹਿਬ ਕੁਝ ਦੱਸਣਗੇ ਜੀ। ਫਿਰ ਇਹ ਸਾਰਿਆਂ ਦੇ, ਮੇਰੇ ਵੀਰਾਂ ਦੇ ਕਿਆਫੇ ਸਹੀ ਹੈ। ਇਹ ਜਿਹੜੀ ਘੰਟੀ ਖੜਕਦੀ ਹੈ ਦਿੱਲੀ ਤੋਂ ਖੜਕਦੀ ਹੈ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ। ਇਹ ਤਾਂ ਤੁਸੀਂ ਇਹਨੂੰ ਕੋਈ ਹੋਰ ਹੀ ਨਾ ਦੇ ਦੋਵਾਂਗੇ ਟਾਈਮ ਜੀ। ਚੌਹਾਨ ਸਾਹਿਬ, ਇਸ ਗੱਲ ਇੱਕ ਰੋਕਣਾ ਚਾਹੂੰਗਾ। ਚੌਹਾਨ ਸਾਹਿਬ, ਇਸ ਗੱਲ ਤੇ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਜੋ ਕਣਕ ਦੀ ਖਰੀਦ ਹੈ, ਖਰੀਦ ਜ਼ਿਆਦਾ ਹੋ ਚੁੱਕੀ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਹ ਗੱਲ ਰੱਖੀ ਗਈ ਹੈ ਕਿ ਜੇਕਰ ਸਾਲ 2 ਸਾਲ ਕਣਕ ਨਾ ਵੀ ਬੀਜੀ ਜਾਵੇ ਤਾਂ ਵੀ ਸਾਡੇ ਕੋਲ ਸਟਾਕ ਹੈ, ਤੇ ਇਸ ਨੂੰ ਐਕਸਪੋਰਟ ਇੰਪੋਰਟ ਕਰਨ ਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ, ਕੇਂਦਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ? ਦੇਖੋ, ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਉਪਰਾਲਾ ਕਰੇ, ਜਿਹੜੀ ਪੰਜਾਬ ਦੀ ਕਣਕ ਉਹ ਬਾਹਰ ਭੇਜੇ। ਧਾਲੀਵਾਲ ਸਾਹਿਬ ਬੈਠੇ ਆ, ਜੇ ਕੇਂਦਰ ਦੇ ਹੱਥ ਦੇ ਵਿੱਚ ਕੋਈ ਗੱਲ ਹੈਗੀ, ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਵਾਧੂ ਸਟਾਕ ਪੂਰਾ ਭਾਰਤ ਦਾ ਆ, ਉਹ ਜਿੰਨਾ ਵੀ ਵਾਧੂ ਆ ਉਹਨੂੰ ਜਿਹੜਾ ਆ ਬਾਹਰ ਐਕਸਪੋਰਟ ਕਰਕੇ ਜਿਹੜੀ ਆਰਥਿਕ ਸਥਿਤੀ ਮਜ਼ਬੂਤ ਕੀਤੀ ਜਾਵੇ। ਕਿਤੇ ਨਾ ਕਿਤੇ ਕਣਕ ਜਿਹੜੀ ਆਪਣੇ ਕੋਲ ਵੱਧ ਆ, ਔਰ ਜੇਕਰ ਕਣਕ ਸਾਡੇ ਗੋਦਾਮਾਂ ਦੇ ਵਿੱਚ ਪਈ ਰਹੀ ਤੇ ਉਹ ਬਾਰਿਸ਼ਾਂ ਦੇ ਨਾਲ ਖਰਾਬ ਹੋਣੀ ਆ। ਔਰ ਇੱਕ ਮੈਂ ਹੋਰ ਗੱਲ ਦੇਖੀ ਆ ਜੀ, ਮੈਂ ਆਪਣੇ FCI ਦੇ ਗਡਾਊਨ ਦੇ ਵਿੱਚ ਕਈ ਵਾਰ ਜਾਣ ਦਾ ਮੌਕਾ ਮਿਲਿਆ, ਪਰ ਜਿਹੜੇ ਉੱਥੇ ਦੇ ਮੁਲਾਜ਼ਮ ਆ, ਹੁਣ ਧਾਲੀਵਾਲ ਸਾਹਿਬ ਬੈਠੇ ਆ ਸੈਂਟਰ ਦੇ ਵਿੱਚ ਨੇ ਇਹਨਾਂ ਦੀ ਸਰਕਾਰ, ਔਰ ਮੈਂ ਇਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਗੱਲ, ਜਿਹੜੇ ਉੱਥੇ ਅਧਿਕਾਰੀ ਨੇ ਉਹ ਕੀ ਕਰਦੇ ਨੇ, ਜਦੋਂ ਕਣਕ ਜਾਂ ਚੌਲ ਜਾਂ ਕੋਈ ਹੋਰ ਇਹੋ ਜਿਹਾ ਸਾਡਾ ਅਨਾਜ ਬਾਹਰ ਸਪਲਾਈ ਕਰਨਾ ਹੁੰਦਾ, ਉੱਥੇ ਮੋਟਰਾਂ ਚਲਾ ਕੇ ਉਹਦੇ ਉੱਪਰ ਧਾਲੀਵਾਲ ਸਾਹਿਬ ਪਾਣੀ ਪਾਉਂਦੇ, ਉਹਨੂੰ ਭਾਰਾ ਕਰਦੇ ਆ। ਉਹ ਵਜਨ ਦੇ ਵਿੱਚ ਜਾਨੀ ਕਿ ਪੂਰਾ ਕਰਕੇ ਤੋਲ ਕੇ ਉਹ ਬਾਹਰ ਸਪਲਾਈ ਕਰ ਦਿੰਦੇ, ਜਿਹੜਾ ਵਾਧਾ ਘਾਟਾ ਉਹ ਬਾਹਰੋਂ ਬਾਹਰ ਵੇਚ ਲੈਂਦੇ ਆ। ਇਹ ਕਿਤੇ ਨਾ ਕਿਤੇ ਬਹੁਤ ਵੱਡੀ ਕਰਪਸ਼ਨ ਜਿਹੜੀ ਆ ਇਹ ਗਡਾਊਨਾਂ ਦੇ ਵਿੱਚ ਹੋ ਰਹੀ ਹੈ। ਔਰ ਜਿਹੜਾ ਅਨਾਜ ਸੜਨ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਅੰਦਰ ਉਹਨਾਂ ਤੇ ਪਾਣੀ ਪਾਇਆ ਜਾਂਦਾ, ਤਾਂ ਕਰਕੇ ਅਨਾਜ ਸੜਦਾ ਆ। ਤੇ ਇਸ ਗੱਲ ਨੂੰ ਥੋੜਾ ਜਿਹਾ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖੋ, ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਓ। ਇਹ ਜਿਹੜੀ ਇਸ ਕਿਸਮ ਦੀ ਕਰਪਸ਼ਨ ਆ, ਉਹ ਦੇਖੋ ਜ਼ਹਿਰ ਬਣਦਾ ਅਨਾਜ। ਜਦੋਂ ਅਸੀਂ ਗਰੀਬਾਂ ਨੂੰ 2 ਰੁਪਏ ਕਿਲੋ ਵੀ ਕਣਕ ਆਟਾ ਚੌਲ ਆਪਾਂ ਦਿੰਨੇ ਆ ਇਹਨਾਂ ਨੂੰ ਜੀ, ਤੇ ਉਹ ਜ਼ਹਿਰ ਆਪਾਂ ਆਪਣੇ ਲੋਕਾਂ ਨੂੰ ਖਿਲਾਉਂਦੇ ਆ, ਕਿਤੇ ਨਾ ਕਿਤੇ ਦੇਖੋ ਉਹਨਾਂ ਦੀ ਸਿਹਤ ਖਰਾਬ ਹੋਊਗੀ। ਔਰ ਮੈਂ ਬੇਨਤੀ ਕਰਦਾ ਹਾਂ ਕਿ ਦੇਖੋ, ਜੇਕਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਕੱਲ 12 ਵਜੇ ਤੱਕ ਮੀਟਿੰਗ ਕਰ ਲੈਂਦੀ ਆ ਤਾਂ ਠੀਕ ਆ, ਨਹੀਂ ਤਾਂ ਦੇਖੋ ਕਿਸਾਨ ਤਾਂ ਸਿੱਧੇ ਹੋ ਕੇ ਹੁਣ ਚੱਲ ਪਏ ਆ। ਮੁੱਖ ਮੰਤਰੀ ਸਾਹਿਬ ਦੇ ਜਿਹੜੀ ਆ ਰਿਹਾਇਸ਼ ਦੇ ਸਾਹਮਣੇ ਉੱਥੇ ਧਰਨਾ ਲਾਉਣਗੇ ਤੇ ਪੱਕੇ ਡੇਰੇ ਉੱਥੇ ਗੱਡ ਕੇ ਬਹਿ ਜਾਣਗੇ। ਫਿਰ ਦੇਖਦੇ ਆ ਕਿੰਨੇ ਕੁ ਪਾਣੀ ਦੇ ਵਿੱਚ ਆ ਸਾਡੀ ਪੰਜਾਬ ਸਰਕਾਰ। ਦੇਖੋ, ਦਿਨੋਂ ਦਿਨ ਜਿਹੜੀਆਂ ਪਰਤਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਖੁੱਲ ਰਹੀਆਂ, ਔਰ ਪਹਿਲਾਂ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀਗੇ ਇੱਕ ਮੌਕਾ ਦਿਓ ਸਾਨੂੰ ਜੀ। ਹੁਣ ਦੇਖੋ 2 ਮਹੀਨੇ ਬੀਤ ਗਏ ਆ, ਨਾ ਕੋਈ ਬਿਜਲੀ ਆਈ, ਨਾ ਕੋਈ ਪਾਣੀ ਆਇਆ। 24 ਘੰਟੇ ਕਹਿੰਦੇ ਅਸੀਂ ਲਾਈਟ ਦੇਵਾਂਗੇ ਘਰਾਂ ਨੂੰ,
12 ਘੰਟੇ ਅਸੀਂ ਮੋਟਰਾਂ ਦੀ ਸਪਲਾਈ ਕਰਾਂਗੇ। ਦੇਖੋ ਕੋਈ ਵਾਅਦੇ ਨਹੀਂ ਨਾ ਕੋਈ ਪੂਰੇ ਹੋਏ, ਨਾ ਹਾਲ ਤੱਕ ਮੁਆਵਜ਼ਾ ਹੀ ਦਿੱਤਾ ਆ। ਔਰ ਫਿਰ ਇਹਨਾਂ ਨੇ ਹੁਣ ਕਹਿੰਦੇ ਸਮਾਂ ਦੇ ਦਿਓ, ਸਾਨੂੰ ਥੋੜਾ ਸਮਾਂ ਦਿਓ। ਔਰ ਸਮਾਂ ਦੇਣ ਤੋਂ ਬਾਅਦ ਜਦੋਂ 4 4.5 ਸਾਲ ਪੂਰੇ ਹੋ ਗਏ, ਫਿਰ ਇਹਨਾਂ ਕਹਿਣਾ ਸਾਨੂੰ ਮਾਫ ਕਰ ਦਿਓ। ਚਲੋ ਇੱਕ ਗੱਲ ਤਾਂ ਸਾਫ਼ ਆ ਚਰਨਜੀਤ ਜੀ, ਭਈ ਇਹਨਾਂ ਦੀ ਨਰੋਲ ਸਰਕਾਰ ਬਣ ਗਈ ਆ ਜੀ। ਇਹ ਹੁਣ ਜੇ ਕੋਈ ਵਿੱਚ ਦੂਸਰੀਆਂ ਪਾਰਟੀਆਂ ਦੇ ਵੀ ਸਾਡੇ ਵਿੱਚ ਹੁੰਦੇ ਨੁਮਾਇੰਦੇ, ਫਿਰ ਇਹਨਾਂ ਨੇ ਕਹਿਣਾ ਸੀ ਟੁੱਟੀ ਭੱਜੀ ਸਰਕਾਰ ਸਾਡੀ ਬਣੀ ਆ, ਸਾਨੂੰ ਚੱਲਣ ਨਹੀਂ ਦਿੰਦੇ। ਪਰ ਹੁਣ ਤਾਂ ਬਹੁਤ ਸਹਿਮਤੀ ਦੇ ਨਾਲ ਇਹਨਾਂ ਦੀ ਬਹੁ ਗਿਣਤੀ ਦੇ ਵਿੱਚ ਸਰਕਾਰ ਬਣੀ ਆ। ਹੁਣ ਇਹਨਾਂ ਕੋਲ ਬਹਾਨਾ ਕੋਈ ਨਹੀਂ ਹੈਗਾ, ਕੋਈ ਨਹੀਂ, ਪਤਾ ਲੱਗ ਜਾਣਾ ਹੋਰ 1-2 ਮਹੀਨੇ ਦੇ ਵਿੱਚ, 1-2 ਮਹੀਨਿਆਂ ਦੇ ਵਿੱਚ ਕਿ ਸਰਕਾਰ ਕਿੰਨੇ ਕੁ ਪਾਣੀ ਦੇ ਵਿੱਚ ਆ, ਕਿੰਨਾ ਕੁ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦੀ ਆ। BBMB ਦੇ ਮੁੱਦੇ ਤੇ ਕੋਈ ਨਹੀਂ ਬੋਲਿਆ ਜੀ। ਤੇ ਜਦੋਂ ਹਰਿਆਣੇ ਦਾ ਇਲੈਕਸ਼ਨ ਦੀ ਗੱਲ ਕੀਤੀ ਤੇ ਇਹਨਾਂ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ SYL ਦਾ ਪਾਣੀ ਜਿਹੜਾ ਆ ਉਹ ਘਰ ਘਰ ਤੱਕ ਜਿਹੜਾ ਹਰਿਆਣੇ ਦੇ ਵਿੱਚ ਪਹੁੰਚਾਵਾਂਗੇ। ਫਿਰ ਉਹਨਾਂ ਨੇ ਉਸ ਗੱਲ ਤੇ ਥੋੜਾ ਜਿਹਾ ਆਪਣਾ ਬਿਆਨ ਪਲਟ ਕੇ ਜਿਹੜਾ ਦਿੱਤਾ ਆ ਉਹਨੂੰ ਸੁਧਾਈ ਕੀਤੀ ਆ। ਕਿਤੇ ਨਾ ਕਿਤੇ ਇਹਨਾਂ ਦੀ ਮਨਸ਼ਾ ਠੀਕ ਨਹੀਂ ਹੈਗੀ। ਚਲੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਜੇ ਤਾਂ ਕੋਈ ਮਸਲਾ ਮੀਟਿੰਗ ਦੇ ਨਾਲ ਹੱਲ ਹੋ ਗਿਆ, CM ਸਾਹਿਬ ਮੀਟਿੰਗ ਕਰ ਲੈਂਦੇ ਆ ਕਿਸਾਨ ਜਥੇਬੰਦੀਆਂ ਨਾਲ, ਤਾਂ ਠੀਕ ਆ, ਨਹੀਂ ਤਾਂ ਫਿਰ ਪੱਕਾ ਮੋਰਚਾ ਜਿਹੜਾ ਉੱਥੇ ਲੱਗੇਗਾ। ਧਾਲੀਵਾਲ ਜੀ, ਤੁਹਾਡੇ ਕੋਲ ਆਣਾ ਚਾਹਾਂਗਾ। ਜੰਗਵੀਰ ਚੌਹਾਨ ਜੀ ਨੇ ਸਵਾਲ ਵੀ ਚੁੱਕੇ ਨੇ, FCI ਨੂੰ ਲੈ ਕੇ ਵੀ ਸਵਾਲ ਚੁੱਕੇ ਨੇ, ਕਣਕ ਦੀ ਐਕਸਪੋਰਟ ਇੰਪੋਰਟ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਕਿਵੇਂ ਵੇਖਦੇ ਹੋ ਇਸ ਗੱਲ ਨੂੰ? ਕਿਵੇਂ ਆਪਣੇ ਵੱਲੋਂ ਆਪਣਾ ਪੱਖ ਕਿਵੇਂ ਰੱਖਦੇ ਹੋ ਜੀ ਧਾਲੀਵਾਲ ਜੀ? ਦੇਖੋ, ਮੈਂ ਦੋ ਵਿਸ਼ਿਆਂ ਤੇ ਗੱਲ ਰੱਖੂੰਗਾ। ਇੱਕ ਤਾਂ ਮੈਂ ਜਿਹੜੀ ਚੌਹਾਨ ਸਾਹਿਬ ਨੇ ਗੱਲ ਕੀਤੀ ਸਟੋਰੇਜ ਦੀ ਤੇ ਐਕਸਪੋਰਟ ਦੀ, ਉਹ ਮੈਂ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ, ਜਿੰਨਾ ਵੀ ਅਨਾਜ ਬਫਰ ਸਟਾਕ ਪਿਆ ਉਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਹੈ ਤੇ ਕੇਂਦਰ ਸਰਕਾਰ ਦੀ ਸੰਪਤੀ ਹੈ। ਕੇਂਦਰ ਸਰਕਾਰ ਚਾਹੇ ਉਹਨੂੰ ਜਦੋਂ ਮਰਜ਼ੀ ਐਕਸਪੋਰਟ ਕਰ ਸਕਦੀ ਹੈ, ਜਿਹੜੇ ਮਰਜ਼ੀ ਰੇਟ ਤੇ ਪੈਸੇ ਕਮਾ ਸਕਦੀ ਹੈ ਜੀ। ਉਹ ਜਿਹੜਾ ਸਾਡੇ ਕੋਲੇ ਪੈਸਾ ਆਉਣਾ, ਸਾਡਾ ਕੇਂਦਰ ਦਾ ਜਿਹੜਾ ਭੰਡਾਰ ਹੈ $600 ਬਿਲੀਅਨ ਦਾ, ਜਿਵੇਂ ਚੌਹਾਨ ਸਾਹਿਬ ਨੇ ਗੱਲ ਕੀਤੀ ਹੈ ਨਾ ਕਿ ਆਪਣੇ ਕੋਲੇ ਕਿਤੇ ਸ਼੍ਰੀਲੰਕਾ ਵਾਲੀ ਸਥਿਤੀ ਨਾ ਹੋ ਜਾਏ, ਮੈਂ ਤੁਹਾਨੂੰ ਇਹ ਸਪਸ਼ਟ ਕਰ ਦੇਣੀ ਚਾਹੁੰਦਾ ਕਿ $600 ਬਿਲੀਅਨ ਦਾ ਵਿਦੇਸ਼ੀ ਮੁੰਦਰਾ ਭੰਡਾਰ ਆ ਸਾਡੇ ਕੋਲੇ। ਸਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਜਿਹੜਾ ਕੋਈ ਡਾਲਰ ਦਾ ਰੇਟ ਵਧਿਆ ਘਟਿਆ ਉਹ ਜੰਗ ਕਰਕੇ ਹੈ। ਪਰ ਜੇ ਅਸੀਂ ਅਨਾਜ ਅੱਜ ਉਹਨਾਂ ਨੂੰ ਦੇ ਦਿੰਨੇ ਆ, ਸਾਡਾ ਬਫਰ ਸਟਾਕ ਸਾਡੇ ਤੋਂ ਵੱਧ ਕੀਮਤ ਤੇ ਯੂਰਪੀਅਨ ਦੇਸ਼ ਚੱਕਣਾ ਚਾਹੁੰਦੇ ਆ, ਕਿਉਂਕਿ ਉਹ ਚਾਹੁੰਦੇ ਆ ਕਿ ਅਸੀਂ ਇੱਕ ਵਾਰੀ ਸਟਾਕ ਜਿਹੜਾ ਭਾਰਤ ਤੋਂ ਪੈਸੇ ਸਿੱਟ ਕੇ ਤੇ ਚੱਕ ਲਈਏ, ਕਿਉਂਕਿ ਉਹਨਾਂ ਨੂੰ ਯੂਕਰੇਨ ਦਿਸ ਗਿਆ ਵੀ ਯੂਕਰੇਨ ਠੱਪ ਹੋ ਗਿਆ, ਸਾਨੂੰ ਅੱਗੋਂ ਕਣਕ ਨਹੀਂ ਮਿਲਦੀ। ਤਾਂ ਜਿਹੜਾ ਲਾਭ ਕਿਸਾਨ ਚਾਹੁੰਦੇ ਉਹ ਕਿਸਾਨਾਂ ਨੂੰ ਨਹੀਂ ਮਿਲਣਾ ਉਹਦੇ ਨਾਲ, ਉਹ ਤਾਂ ਇੱਕ ਵਾਰੀ ਮਿਲੂਗਾ ਤੇ ਉਸ ਤੋਂ ਬਾਅਦ ਉਹ ਬਲੈਕਮੇਲ ਕਰਨਗੇ ਸਾਨੂੰ ਜੀ। ਜਿਹੜਾ ਕੇਂਦਰ ਸਰਕਾਰ ਨੇ ਸਟੈਪ ਚੱਕਿਆ ਕਿ ਇਹ ਭੰਡਾਰ ਅਸੀਂ ਆਪਦੇ ਵਾਸਤੇ ਤੇ ਬਿਲਕੁਲ ਨਾਲ ਦੇ ਨੇਬਰਿੰਗ ਕੰਟਰੀਜ਼ ਵਾਸਤੇ, ਸਾਡੀ ਐਕਸਪੋਰਟ ਜਮਾਂ ਬੰਦ ਨਹੀਂ। ਆਪਣੀ ਨੀਤੀ ਆ ਕਿ ਪਾਕਿਸਤਾਨ ਨੂੰ ਲੋੜ ਪੈ ਜੇ ਦੇਵਾਂਗੇ, ਨੇਪਾਲ ਨੂੰ ਦੇਵਾਂਗੇ, ਬਰਮਾ ਨੂੰ ਦੇਵਾਂਗੇ, ਸ਼੍ਰੀਲੰਕਾ ਨੂੰ ਦੇਵਾਂਗੇ, ਇਦੋਂ ਗਾਂ ਨਹੀਂ ਦੇਵਾਂਗੇ। ਜਿਹੜਾ ਸਾਡਾ ਕਿਸਾਨ ਆ, ਜੇ ਕਿਤੇ ਮੰਨ ਲਓ ਉਹਨਾਂ ਨੂੰ ਚਾਹੀਦੀ ਹੈ, ਜਿਹੜੀ ਕੱਲ ਨੂੰ ਕਣਕ ਸਾਡੇ ਕਿਸਾਨ ਦੀ ਸੰਪਤੀ ਹੈ ਜਿਹੜੀ ਮੰਡੀ ਚ ਆਉਣੀ ਆ, ਉਸ ਵੇਲੇ ਜੇ ਕੰਪਨੀਆਂ ਆ ਕੇ ਇੱਥੋਂ ਲੈਣਾ ਚਾਹਣਗੀਆਂ ਰਾਜਾਂ ਦੇ ਸਹਿਯੋਗ ਨਾਲ ਜਾਂ ਕੇਂਦਰ ਦੇ ਸਹਿਯੋਗ ਨਾਲ ਡਾਇਰੈਕਟ, ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਹੈ। ਉਹ ਚੀਜ਼ ਜਿਹੜੀ ਆ ਸਾਡੀ ਮੰਗ ਨੂੰ ਜਿਹੜੀ ਹੈਗੀ ਵਧਾ ਸਕਦੀ ਹੈ, ਨੰਬਰ 1। ਨੰਬਰ 2, ਮੈਂ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਜਿਹੜੀ ਭੰਡਾਰਨ ਦੇ ਵਿੱਚ ਕਮੀਆਂ ਦੀ, ਇਹ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ 30% ਹੀ ਗਡਾਊਨ ਰਹਿ ਗਏ ਆ ਜਿਹੜੇ ਖੁੱਲੇ ਆ ਜਾਂ ਦੂਜੇ ਆ। 70% ਸਾਡੇ ਸ਼ੈਲੇਜ ਜਾਂ ਪੱਕੇ ਗਡਾਊਨ ਬਣ ਚੁੱਕੇ ਆ। ਤੋਂ ਪਿਛਲੇ ਸਾਲਾਂ ਨਾਲੋਂ ਜਿਹੜੇ ਆ 7 ਸਾਲਾਂ ਦੇ ਵਿੱਚ ਇਹੀ ਸੀਗਾ ਕਿ ਸਾਰੇ 100% ਸਾਡਾ 10 ਸਾਲਾਂ ਦੀ ਨੀਤੀ ਹੈ ਕਿ ਸਾਰੇ ਸ਼ੈਲੇਜ ਯੂਨਿਟ ਲਾਏ ਜਾਣ, ਜਿਨ੍ਹਾਂ ਦੇ ਵਿੱਚ ਕੋਈ ਵੀ ਅਨਾਜ ਦੀ ਜਿਹੜੀ ਬਰਬਾਦੀ ਆ ਉਹ ਨਾ ਹੋਵੇ। ਤੇ ਇੱਕ ਆਪਣੀ ਸਕੀਮ ਵੀ ਚੱਲ ਰਹੀ ਹੈ ਫ੍ਰੀ ਅਨਾਜ ਦੀ। ਤੋਂ ਜੇ ਅਸੀਂ ਕਿਤੇ ਅੱਜ ਬਾਹਰ ਨੂੰ ਭੇਜ ਦਿੰਨੇ ਆ ਅਨਾਜ, ਤਾਂ ਅਸੀਂ ਜਿਹੜਾ ਉਹ ਅਨਾਜ ਫ੍ਰੀ ਆਪਦੇ ਲੋਕਾਂ ਨੂੰ ਨਹੀਂ ਦੇ ਸਕਾਂਗੇ। ਇਹ ਵੀ ਇੱਕ ਸਮੱਸਿਆ ਜਿਹੜੀ ਇਮੀਡੀਏਟਲੀ ਖੜੀ ਹੋ ਸਕਦੀ ਹੈ। ਦੂਜੀ ਗੱਲ ਮੈਂ ਰੱਖਣੀ ਚਾਹੁੰਦਾ, ਜਿਹੜੀ ਇਮੀਡੀਏਟਲੀ ਜਿਹੜੀ ਚੌਹਾਨ ਸਾਹਿਬ ਦੇ ਧਿਆਨ ਚ ਲਿਆਉਣੀ ਚਾਹੁੰਦਾ ਮੈਂ ਬਕਾਇਦਾ, ਕਿ ਤੁਸੀਂ ਧਰਨੇ ਤੇ ਬੈਠੇ ਹੋ ਚੌਹਾਨ ਸਾਹਿਬ, ਜਿਹੜੀਆਂ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਹੋਈਆਂ, ਇਹ ਸਾਰੀਆਂ ਖੁਦਕੁਸ਼ੀਆਂ ਜਿਹੜੀਆਂ ਆ ਪਿਛਲੇ 2 ਮਹੀਨਿਆਂ ਚ ਹੋਈਆਂ, ਇਹ ਖੁਦਕੁਸ਼ੀਆਂ ਪੈਨਿਕ ਕ੍ਰੀਏਟ ਹੋਣ ਕਰਕੇ ਹੋਈਆਂ। ਮੇਰੇ ਧਿਆਨ ਚ ਲਿਆਦਾ ਮਾਨ ਸਾਹਿਬ ਨੇ, ਮੈਂ ਪਹਿਲਾਂ ਵੀ ਗੱਲ ਰੱਖੀ ਸੀ, ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਪਹਿਲਾਂ ਇਹਨਾਂ ਨੇ ਲੰਬੀ ਚ ਮੁਆਵਜ਼ਾ ਨਹੀਂ ਦਿੱਤਾ, ਕਿਸਾਨਾਂ ਤੇ ਡਾਂਗ ਭਰਾਈ, ਫਿਰ ਇਹਨਾਂ ਨੇ ਜਿਹੜਾ ਹੈਗਾ ਇਮੀਡੀਏਟਲੀ ਪਰ ਉਹ ਕੱਢਦੇ FIR ਕੱਢਦੇ ਸੀ, ਕਹਿੰਦੇ ਸੀ ਅਸੀਂ FIR ਕਰਾਂਗੇ। ਉਧਰੋਂ ਕੁਦਰਤੀ ਮਾਰ ਪੈ ਗਈ ਕਣਕ ਦੀ, ਉਧਰੋਂ ਸਾਰੇ ਲੋਕ ਪੈਸਾ ਮੰਗਣ ਲੱਗ ਗਏ, ਉਹ ਕਿਸਾਨ ਜਕੜਿਆ ਗਿਆ ਉਸ ਸਥਿਤੀ ਦੇ ਵਿੱਚ। ਉਹ ਸਥਿਤੀ ਪੈਦਾ ਕਿਹਨੇ ਕੀਤੀ? ਉਹ ਇਹਨਾਂ ਨੇ ਪੈਦਾ ਕੀਤੀ। ਇਹਨਾਂ ਨੂੰ ਨਹੀਂ ਪੈਦਾ ਕਰਨੀ ਚਾਹੀਦੀ ਸੀ। ਇਹ ਜ਼ਿੰਮੇਵਾਰ ਹੈ। ਇਮੀਡੀਏਟਲੀ ਜਿਹੜੀਆਂ 24-25 ਖੁਦਕੁਸ਼ੀਆਂ ਹੋਈਆਂ ਇਸੇ ਕਰਕੇ ਹੋਈਆਂ। ਮੁਆਵਜ਼ਾ ਟਾਈਮ ਸਿਰ ਅਨਾਉਂਸ ਕਰਨਾ ਚਾਹੀਦਾ ਸੀ ਵੀ ਆਹ ਚੱਕੋ 500 ਰੁਪਇਆ ਤੁਹਾਨੂੰ ਹੁਣੇ ਦਿੰਨੇ ਆ, ਕੇਂਦਰ ਕੋਲੇ ਭਜਦੇ ਲਓ ਜੀ 250 ਤੁਸੀਂ ਜੋ 250 ਅਸੀਂ ਦਿੰਨੇ ਆ, ਨਾ ਕੇਂਦਰ ਦਿੰਦਾ, ਅਸੀਂ ਜ਼ਿੰਮੇਵਾਰ ਬੈਠੇ ਸੀ, ਅਸੀਂ ਭਜਦੇ ਅਸੀਂ ਜਾਂਦੇ, ਭਾਈ ਸਾਡੀ ਲੋੜ ਹੈ। ਇਹਨਾਂ ਨੇ ਕੁਝ ਨਹੀਂ ਕੀਤਾ, ਦੇਵਾਂਗੇ ਕਹਿ ਕੇ ਕਰਾਂਗੇ ਜੀ, ਅਜੇ ਸਾਨੂੰ ਸਮਾਂ ਦਿਓ। ਉਹਦੇ ਲਈ ਇਹ ਸਪਸ਼ਟ ਤੌਰ ਤੇ ਇਹ ਜ਼ਿੰਮੇਵਾਰ ਹੈ ਇਸ ਗੱਲ ਲਈ।
जी मठाड़ू जी, एक सवाल मैं थोड़े कोलों भी पुछ लेना चाहना है। बीते दिन सुखबीर सिंह बादल वालों एक ट्वीट किया गया सी, जिस तरह धालीवाल साहब ने कहा कि खुदकुशियां के मामले को लैके सुखबीर सिंह बादल जो श्रोमणी अकाली दल के प्रधान ने, उन्होंने वालों ट्वीट के विच लिखा जाता है कि नशे के नाल किन्नियां मौतां होईयां, खुदकुशियां के नाल किन्नियां मौतां होईयां, किन्ने कतल होए ने। हालांकि उन्होंने वालों 2 महीने की जो मान सरकार की कारगुजारी तो उहदे ते भी सवाल चुके गए हैं। नाल ही मेरा यह भी सवाल ऐड कर देना चाहना है कि किसानों को लैके हुण श्रोमणी अकाली दल का की पक्ष रहेगा। जिमें जदों धरना लगाया गया सी दिल्ली दे विच, उदों श्रोमणी अकाली दल वालों सीधे तौर पर यह गल कही गई सी कि असीं किसानां दे नाल हां ते किसानां दे नाल होण दे बावजूद ही असीं बीजेपी तो किनारा करदे हां। बीजेपी दे नाल जो वड्डा 9 मास का रिश्ता सी वह भी तोड़ लिया गया सी, ते हुण किसानां नूं लैके अकाली दल दा की स्टैंड है? चरणजीत जी, पता तुहानूं पहलां भी ये गल बोल के हटिया। पहला जिहड़ी श्रोमणी अकाली दल है ना, श्रोमणी अकाली दल किसान, जो किसान है पंजाब दा किसान है, ਉਹੀ श्रोमणी अकाली दल है। श्रोमणी अकाली दल की जिंद जान है किसान। किसानां तो बिना श्रोमणी अकाली दल है जिहड़ा ਉਹ कुछ नहीं है, और किसान भी श्रोमणी अकाली दल बिना कुछ नहीं है। ਇਹ ਗੱਲ किसान भी साडे भली भांति जानते हैं, श्रोमणी अकाली दल भी भली भांति जानता है। पिछे जे की होया, ਜਿਹੜੀ ਜਿੱਥੇ ਸਾਡੇ ਕਿਸਾਨ ਭਰਾਵਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਫਰਕ ਪੈਣ ਵਾਲੀ ਗੱਲ ਸੀ, ਇੱਕ ਗਲਤ ਪ੍ਰਚਾਰ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਿੱਲ ਬਣਵਾਏ ਆ, ਸ਼੍ਰੋਮਣੀ ਅਕਾਲੀ ਦਲ ਨੇ ਐਕਟ ਬਣਵਾਏ ਆ, ਜਦੋਂ ਕਿ ਚਲੋ ਆਪਣੇ ਭਰਾਵਾਂ ਤੇ ਇਹਨਾਂ ਨੇ ਆਪਣਾ ਪ੍ਰਭਾਵ ਛੱਡਿਆ। ਇੱਕ ਗਲਤ ਪ੍ਰਚਾਰ ਪ੍ਰਾਪਾਗੈਂਡਾ ਕੀਤਾ ਗਿਆ, ਜਦੋਂ ਕਿ ਕਦੇ ਵੀ ਸੰਸਦ ਦੇ ਵਿੱਚ ਜਾਂ ਕਿਸੇ ਐਮਪੀ ਦੇ, ਇਹਨਾਂ ਕਿਹਾ ਨਾ ਬੀਬਾ ਹਰਸਿਮਰਤ ਕੌਰ ਨੇ ਸਾਈਨ ਕਰਤੇ, ਇਹਦੇ 'ਚ ਕਦੇ ਵੀ ਕਿਸੇ ਸੰਸਦ ਦੇ ਜਾਂ ਕਿਸੇ ਮੰਤਰੀ ਦੇ ਸਾਈਨ ਨਹੀਂ ਹੋਇਆ ਕਰਦੇ। ਚਲੋ ਪਹਿਲਾਂ ਵਿੱਚ ਰਹਿ ਕੇ ਵਿਰੋਧ ਕਰਦੇ ਰਹੇ, ਕਿਸਾਨਾਂ ਦੀ ਮੀਟਿੰਗ ਕਰਵਾਉਂਦੇ ਰਹੇ, ਸਾਰਾ ਕੁਝ ਕਰਦੇ ਰਹੇ ਕਿ ਇਸ ਤਰ੍ਹਾਂ ਇਹ ਉਦੋਂ ਇੱਕ ਗੱਲ ਨਾ ਸਿਰਫ ਐਮਐਸਪੀ ਦੀ ਗੱਲ ਹੀ ਸੀ ਕਿ ਐਮਐਸਪੀ ਦੀ ਗਰੰਟੀ ਚਾਹੀਦੀ ਹੈ, ਇੱਥੇ ਗੱਲ ਸੀ। ਚਲੋ ਉਹ ਬਾਅਦ ਦੇ ਵਿੱਚ ਜਿਹੜਾ ਰੱਦ ਕਰਨ ਦੀ ਗੱਲ ਆ ਗਈ, ਧਰਨਾ ਲੱਗਿਆ, ਪਰ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਹੀ ਖੜਨਾ ਵਾਜਬ ਸਮਝਿਆ, ਕਿਉਂਕਿ ਹਮੇਸ਼ਾ ਪੰਜਾਬ ਦੀ ਪਾਰਟੀ ਹੈ, ਉਹਨਾਂ ਨੇ ਪੰਜਾਬ ਵਾਸਤੇ ਗੱਲ ਕਰਨੀ ਹੈ, ਪੰਜਾਬ ਦੇ ਕਿਸਾਨ ਵਾਸਤੇ ਗੱਲ ਕਰਨੀ ਹੈ, ਕਿਉਂਕਿ ਬਾਕੀ ਪਾਰਟੀਆਂ ਸਾਰੀਆਂ ਦਿੱਲੀ ਤੋਂ ਚੱਲਦੀਆਂ। ਅਗਰ ਅਸੀਂ ਵੀ ਇਹਨਾਂ ਦੇ ਨਾਲ ਕਿਸਾਨਾਂ ਭਰਾਵਾਂ ਦੇ ਨਾਲ ਨਾ ਖੜਦੇ ਤਾਂ ਉਹਨਾਂ ਨੇ ਕਹਿਣਾ ਫਿਰ ਤੁਹਾਡਾ ਖੇਤਰੀ ਪਾਰਟੀ ਹੋਣ ਦਾ ਕੀ ਫਾਇਦਾ। ਉੱਥੇ ਵਜ਼ੀਰੀ ਵੀ ਛੱਡੀ, ਸਮਝੌਤਾ ਵੀ ਤੋੜਿਆ, ਜਿਹੜਾ ਇਹਨਾਂ ਕਈ ਸਾਲ ਪੁਰਾਣਾ ਸਾਡਾ ਸਮਝੌਤਾ ਸੀ ਉਹ ਸਾਨੂੰ ਉਹਨਾਂ ਦੇ ਨਾਲ ਤੋੜਿਆ ਸੀ, ਕਿਸਾਨ ਭਰਾਵਾਂ ਕਰਕੇ ਤੋੜਿਆ। ਫਿਰ ਵੀ ਇਹਨਾਂ ਨੇ ਜਿਹੜਾ ਹੈਗਾ ਪ੍ਰੋਪੋਗੰਡਾ ਕਰਕੇ, ਚਲੋ ਸ਼੍ਰੋਮਣੀ ਅਕਾਲੀ ਦਲ ਦਾ ਵੀ ਨੁਕਸਾਨ ਹੋਇਆ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਹੋਰ ਨੁਕਸਾਨ ਹੋ ਰਿਹਾ, ਕਿਉਂਕਿ ਇਹ ਆਮ ਆਦਮੀ ਪਾਰਟੀ ਹੈ। ਜਿਹੜੀ ਆਮ ਆਦਮੀ ਪਾਰਟੀ ਹੈ, ਇਹਨਾਂ ਦਾ ਜਿਹੜਾ ਸਟੈਂਡ ਹੈਗਾ ਪਹਿਲਾਂ ਵੀ ਕਿਸਾਨਾਂ ਦੇ ਉਲਟ ਹੀ ਰਿਹਾ, ਹੁਣ ਵੀ ਉਲਟ ਰਿਹਾ। ਉਹ ਠੀਕ ਹੈ ਗੱਲ, ਕਿਸਾਨਾਂ ਦੇ ਝੰਡੇ ਚੁੱਕ ਕੇ ਇਹ ਵਿੱਚ ਇੰਟਰਫੇਅਰ ਕਰਦੇ ਸੀ, ਕਿਸਾਨਾਂ ਨੂੰ ਬਦਨਾਮ ਕਰਦੇ ਸੀ, ਪਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਿਸਾਨਾਂ ਨਾਲ ਸੀ, ਕਿਸਾਨਾਂ ਵਾਸਤੇ ਬੜਾ ਕੁਝ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ। ਸਾਡੇ ਭਰਾ ਬੈਠੇ ਆ, ਮੈਂ ਕੱਲੀ ਚੀਜ਼ ਗਿਣਾ ਕੇ ਦੱਸ ਦਿੰਦਾ ਕਿ ਇੱਕ ਵੀ ਚੀਜ਼ ਕਿਸੇ ਹੋਰ ਪਾਰਟੀ ਨੇ, ਚਾਹੇ ਸਾਡੇ ਭਰਾ ਕਾਂਗਰਸ ਦੇ ਪੈਰੀਮਾਰ ਬੈਠੇ ਆ, ਕਾਂਗਰਸ ਨੇ ਜਾਂ ਕਿਸੇ ਹੋਰ ਪਾਰਟੀ ਨੇ ਇੱਕ ਵੀ ਚੀਜ਼ ਕਿਸਾਨਾਂ ਵਾਸਤੇ ਕੀਤੀ ਹੋਵੇ ਤਾਂ ਮੈਂ ਇੱਥੇ ਬੈਠਾ ਉਹਨਾਂ ਦੀ ਪੂਰੀ ਸਿਫਤ ਕਰਾਂਗਾ ਕਿ ਹਾਂ ਵਾਕਈ ਕੀਤਾ ਹੈ। ਕਿਸਾਨਾਂ ਵਾਸਤੇ ਅਗਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਜਗ੍ਹਾ ਤੇ, ਉਹਨਾਂ ਟੇਲਾਂ ਤੇ ਪਾਣੀ ਚੜਾਇਆ ਜਿੱਥੇ ਨਰਮੇ ਵੀ ਨਹੀਂ ਹੁੰਦੇ ਸੀ, ਲੇਹਾ ਹੁੰਦਾ ਸੀ। ਅੱਜ ਉੱਥੇ ਲੋਕ ਸਾਡੇ ਇੱਧਰਲੇ ਮਾਨਸਾ ਬਠਿੰਡਾ ਏਰੀਆ ਦੇ ਵਿੱਚ ਲਾ ਲਓ ਝੋਨਾ ਲੱਗਦਾ ਹੈ, ਔਰ ਮੋਟਰਾਂ ਦੇ ਪਾਣੀ, ਉਦੋਂ ਪਾਣੀ ਨਹੀਂ ਹੁੰਦਾ ਸੀਗਾ, ਪਾਣੀ ਘੱਟ ਸੀ, ਮੋਟਰਾਂ ਦੇ ਜਿਹੜੇ ਕਨੈਕਸ਼ਨ ਦਿੱਤੇ ਕਿਸਾਨ ਭਰਾਵਾਂ ਨੂੰ, ਬਿੱਲ ਮਾਫ ਕੀਤੇ ਕਿ ਮੋਟਰਾਂ ਦੇ ਬਿੱਲ ਨਹੀਂ ਹੋਣਗੇ। ਫਿਰ ਜਿਹੜਾ ਸਾਡਾ ਏਰੀਆ ਜਿਹੜਾ ਬਹਾਲ ਹੋਇਆ, ਅੱਜ ਝੋਨਾ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੀ ਲੱਗਦਾ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਿਸਾਨ ਨਾਲ ਸੀ, ਅੱਜ ਵੀ। ਜਦ ਸਾਡੇ ਕਿਸਾਨ ਭਰਾ ਸਾਨੂੰ, ਵੈਸੇ ਤਾਂ ਅਸੀਂ ਖੁਦ ਹੀ ਇਹਨਾਂ ਦੇ ਨਾਲ ਹੈ, ਬਿਨਾਂ ਬੁਲਾਏ ਅਸੀਂ ਜਾਵਾਂਗੇ, ਪਰ ਫਿਰ ਵੀ ਜਿੱਥੇ ਸਾਨੂੰ ਕਹਿਣਗੇ ਸਾਡੇ ਕਿਸਾਨ ਭਰਾ, ਪੋਲੀਟੀਕਲ ਪਾਰਟੀ ਤੋਂ ਦੂਰ ਹਟ ਕੇ ਇੱਕ ਪਾਸੇ ਹੋ ਕੇ ਸਾਰੇ ਅਸੀਂ ਇਹਨਾਂ ਦੇ ਨਾਲ ਖੜਾਂਗੇ। ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਵਾਜਬ ਮੰਗਾਂ ਨੇ, ਉਹਨਾਂ ਵਾਸਤੇ ਸਰਕਾਰ ਨਾਲ ਲੜਾਈ ਲੜਾਂਗੇ ਔਰ ਲੜ ਕੇ ਹੀ ਰਹਾਂਗੇ। ਅਸੀਂ ਪਹਿਲਾਂ ਵੀ ਲੜਾਈ ਲੜਦੇ ਰਹੇ ਕਿਸਾਨਾਂ ਵਾਸਤੇ, ਹੁਣ ਵੀ ਲੜਾਂਗੇ। ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹੁਣ ਤੁਸੀਂ ਮੇਰੀ ਇੱਕ ਗੱਲ ਨੋਟ ਕਰ ਲਿਓ, ਵੱਡੇ ਭਾਈਓ ਸਾਡੇ ਝਾਨ ਸਾਹਿਬ, ਇਹ ਅੱਗੇ ਤੁਹਾਨੂੰ ਕੀ ਪ੍ਰੋਬਲਮ ਕ੍ਰੀਏਟ ਕਰਨਗੇ, ਕਿਉਂਕਿ ਉਹ ਕਹਿੰਦੇ ਨਾ ਵੀ ਸਾਨੂੰ ਇਹਨਾਂ ਦਾ ਪਤਾ, ਕਿਉਂਕਿ ਇਹ ਇੱਕ ਛਾਤਰ ਜਮਾਤ ਹੈ, ਤੇਜ਼ ਤਰਾਰ ਲੋਕ ਨੇ। ਹੁਣ ਤੁਹਾਡਾ ਧਰਨਾ ਆਪਾਂ ਦਿੱਲੀ ਲਾਇਆ ਕਿਸਾਨ ਭਰਾਵਾਂ ਨੇ, ਇਹਨਾਂ ਨੇ ਕੀ ਕਰਨਾ, ਜਿਹੜੇ ਆਪਣੇ ਵਲੰਟੀਅਰ ਹੈ ਨਾ, ਉਹਨਾਂ ਨੂੰ ਆਮ ਲੋਕਾਂ ਦਾ ਜਾਮਾ ਪਹਿਨਾ ਕੇ, ਆਪਣੇ ਵਲੰਟੀਅਰਾਂ ਨੂੰ, ਕੀ ਆਮ ਲੋਕਾਂ ਨੂੰ ਤੰਗ ਕਰ ਰਹੇ ਆ, ਇਹਨਾਂ ਦੇ ਧਰਨੇ ਤੋਂ ਆਮ ਲੋਕ ਤੰਗ ਹੋ ਰਹੇ, ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਇਹਨਾਂ ਤੋਂ ਇਸ ਗੱਲ ਨਾਲ ਸੁਚੇਤ ਰਹਿਣ ਦੀ ਲੋੜ ਹੈ ਆਪਾਂ ਨੂੰ।
जी प्रदीप मान जी देखो KS ਮਠਾੜੂ जी ने एक सवाल भी चुक दिता है कि कांग्रेस ਵੱਲੋਂ ਅਜੇ ਤੱਕ ਕਿਸਾਨਾਂ ਦੇ ਲਈ ਕੁਝ ਵੱਡਾ ਨਹੀਂ ਕੀਤਾ ਗਿਆ। ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਲੰਬਾ ਅਰਸਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹਾਲਾਂਕਿ ਹੁਣ ਸੱਤਾ ਤੋਂ ਬਾਹਰ ਹੋਣ ਦਾ ਜੋ ਵੱਡਾ ਨੁਕਸਾਨ ਹੋਇਆ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸਾਨਾਂ ਦਾ ਜੋ ਵਿਰੋਧ ਹੋਇਆ ਹੈ ਉਸ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਤੇ ਇਸ ਦੇ ਬਾਬਤ ਮਠਾੜੂ ਜੀ ਵੱਲੋਂ ਜੋ ਕੁਝ ਸਵਾਲ ਰੱਖੇ ਗਏ ਨੇ ਕਾਂਗਰਸ ਦੇ ਪ੍ਰਤੀ ਉਹਨਾਂ ਨੂੰ ਕਿਵੇਂ ਵੇਖਦੇ ਹੋ, ਕਿਵੇਂ ਆਪਣਾ ਪੱਖ ਸਪਸ਼ਟ ਕਰਦੇ ਹੋ? ਚਰਨਜੀਤ ਜੀ, ਮਠਾੜੂ ਸਾਹਿਬ ਮੇਰੇ ਵੱਡੇ ਭਰਾ ਨੇ, ਮੈਂ ਉਹ ਭਾਲੀ ਭਾਤੀ ਜਾਣਦੇ ਨੇ। ਕਾਂਗਰਸ ਪਾਰਟੀ ਨੇ ਗ੍ਰੀਨ ਰੈਵੋਲੂਸ਼ਨ ਲੈ ਕੇ ਆਉਂਦੀ ਸੀ ਕਿਸਾਨਾਂ ਦੇ ਲਈ। ਕੋਈ ਵੀ ਜਿਹੜਾ ਰਾਜ ਸਰਕਾਰਾਂ ਨੇ ਉਹ ਕੇਂਦਰ ਸਰਕਾਰਾਂ ਦੇ ਕੋਆਰਡੀਨੇਸ਼ਨ ਨਾਲ ਹੀ ਚੱਲਦੀਆਂ ਨੇ, ਇਹ ਗੱਲ ਤੋਂ ਉਹ ਜਾਣੂ ਨੇ। ਜਿਹੜੀਆਂ ਸਰਕਾਰਾਂ ਦਿੱਲੀ 'ਚ ਜਿਵੇਂ ਅੱਜ BJP ਦੀ ਹੈ ਤੇ ਕਾਂਗਰਸ ਦੀ ਹੈ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦਾ ਹਾਂ ਕਿ ਸਰਦਾਰ ਮਨਮੋਹਨ ਸਿੰਘ ਜੀ ਇੱਕੋ ਇੱਕ ਇਹੋ ਜਿਹੇ ਪ੍ਰਧਾਨ ਮੰਤਰੀ ਹੋਏ ਨੇ ਜਿਨ੍ਹਾਂ ਨੇ 72,000 ਕਰੋੜ ਰੁਪਇਆ ਕਿਸਾਨਾਂ ਦਾ ਕਰਜ਼ ਮਾਫ ਕੀਤਾ ਸੀ। ਪੰਜਾਬ ਸਰਕਾਰ ਦੀ ਗੱਲ ਕਰਦੇ ਹੋ, ਜਦੋਂ ਕਾਂਗਰਸ ਦੀ ਸਰਕਾਰ ਸੀ ਅਸੀਂ ਇੱਕ ਉਪਰਾਲਾ ਕੀਤਾ ਸੀ, ਚੌਹਾਨ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ, ਅਸੀਂ ਠੀਕ ਹੈ ਪੂਰਨ ਤੌਰ ਤੇ ਕਰਜ਼ਾ ਮਾਫ ਕਰਨ 'ਚ ਅਸੀਂ ਚੁੱਕੇ ਹਾਂ, ਪਰ ਅਸੀਂ 4600 ਕਰੋੜ ਰੁਪਇਆ 5,90,000 ਕਿਸਾਨ ਦਾ 4600 ਕਰੋੜ ਰੁਪਇਆ ਕਰਜ਼ ਮਾਫ ਕੀਤਾ ਸੀ। ਉਹ ਅਸੀਂ ਇੱਕ ਉਪਰਾਲਾ ਕੀਤਾ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਵੀ CM ਬਣੇ ਸੀ, ਉਦੋਂ ਵੀ ਅਸੀਂ 1200 ਕਰੋੜ ਰੁਪਇਆ ਕਿਸਾਨਾਂ ਦਾ 1 ਲੱਖ ਕਿਸਾਨ ਦਾ 1,09,000 ਕਿਸਾਨ ਦਾ ਚਰਨਜੀਤ ਜੀ ਮਾਫ ਕੀਤਾ ਸੀ। ਸਮੇਂ ਤੇ ਜਿਹੜੀਆਂ ਜਦੋਂ ਦੇਸ਼ ਆਜ਼ਾਦ ਹੋਇਆ ਆ, ਠੀਕ ਹੈ ਜੀ, 1947 ਤੋਂ ਬਾਅਦ ਕਾਂਗਰਸ ਜਦੋਂ ਪਾਰਟੀ ਆਈ ਆ ਕਾਬਜ ਰਹੀ ਆ, ਸਮੇਂ ਤੇ IT ਨੂੰ ਲੈ ਲਈਏ, ਚਾਹੇ ਅਸੀਂ ਬੈਂਕਾਂ ਦਾ ਨੈਸ਼ਨਲਾਈਜ਼ ਸਿਸਟਮ ਨੂੰ ਕਰ ਲਈਏ, ਤਾਂ ਕਿਸਾਨਾਂ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਰੇ ਦੀ ਗੱਲ ਕਰ ਲਈਏ, ਰੈਵੋਲੂਸ਼ਨ ਦੀ ਗੱਲ ਕਰ ਲਈਏ, ਵਾਈਟ ਰੈਵੋਲੂਸ਼ਨ ਦੀ ਗੱਲ ਕਰ ਲਈਏ, ਤਾਂ ਸਮੇਂ ਤੇ ਕਿਸਾਨ ਦੀ ਜਿਹੜੀ ਸੈਂਟਰ ਸਰਕਾਰ ਆ ਉਹ ਮਦਦ ਕਰਦੀ ਆਈ ਆ। ਉਹਦੇ ਸਹਿਯੋਗ ਨਾਲ ਹੀ ਅੱਜ ਕਿਸਾਨ ਜਿਹੜਾ ਹੈ ਤਕੜਾ ਹੋਇਆ। ਪਰ ਜਿਹੜੀ ਦੁੱਖ ਦੀ ਗੱਲ ਇਹ ਹੈ ਕਿ ਕਿਸਾਨ ਨੇ, ਠੀਕ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਠੀਕ ਆ, ਉਹ ਖੇਤਰੀ ਪਾਰਟੀ ਆ, ਮੈਂ ਨਹੀਂ ਕਹਿੰਦਾ ਕਿ ਉਹ ਕਿਸਾਨਾਂ ਦੇ ਹੱਕ 'ਚ ਨਹੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 6 ਵਾਰ ਮੁੱਖ ਮੰਤਰੀ ਰਹੇ ਨੇ, ਸਾਡੇ ਸਰਕਾਰ ਲੋਕ ਨੇ, ਉਹਨਾਂ ਨੇ ਸਮੇਂ ਤੇ ਕਿਸਾਨ ਦੀ ਮਦਦ ਕੀਤੀ ਹੈ। ਪਰ ਕਿਸਾਨ ਨੇ ਵੀ ਬਹੁਤ ਮਿਹਨਤ ਕੀਤੀ ਹੈ ਚਰਨਜੀਤ ਜੀ, ਤੱਪੜ ਤੋੜੇ ਨੇ। ਜਿਹੜੇ ਐਡੇ ਜਿਹੜੀਆਂ ਆਪਾਂ ਜ਼ਮੀਨਾਂ ਨੇ ਅਨਉਪਜਾਊ ਜਿਹੜੀਆਂ ਜ਼ਮੀਨਾਂ ਸੀ, ਜਿਹੜੀਆਂ ਉਹ ਕਿਸਾਨ ਨੇ ਹਲ ਵਾਹ ਕੇ, ਚਾਹੇ ਪਹਿਲਾਂ ਬਲਦਾਂ ਤੋਂ ਕਿਸਾਨ ਸ਼ੁਰੂ ਹੋਇਆ, ਠੀਕ ਹੈ ਜੀ, ਬਲਦ ਨਾਲ ਸਾਰੇ ਜਿਹੜੇ ਵੱਡੇ ਟਿੱਬੇ ਸੀ, ਟਿੱਬਿਆਂ ਨੂੰ ਸਾਡੇ ਬਜ਼ੁਰਗਾਂ ਨੇ ਆਪ, ਸਾਡੇ ਬਜ਼ੁਰਗ ਖੇਤੀ ਕਰਦੇ ਰਹੇ ਨੇ। ਕੁਲਦੀਪ ਧਾਲੀਵਾਲ ਜੀ ਵੀ ਖੇਤੀ ਨਾਲ ਜੁੜੇ ਨੇ, ਮਠਾੜੂ ਸਾਹਿਬ ਜੁੜੇ ਨੇ, ਚੌਹਾਨ ਸਾਹਿਬ ਜੁੜੇ ਨੇ। ਆਪ ਬਲਦਾਂ ਨਾਲ ਹਲ ਵਾਹ ਕੇ ਜ਼ਮੀਨ ਨੂੰ ਇਸ ਲੈਵਲ ਤੇ ਲਿਆ ਕੇ ਉਪਜਾਊ ਬਣਾ ਕੇ ਅੱਜ ਤੱਕ ਪਹੁੰਚੇ ਨੇ, ਠੀਕ ਹੈ ਜੀ। ਮੈਂ ਤਾਂ ਧਾਲੀਵਾਲ ਸਾਹਿਬ ਦੀ ਇੱਕ ਗੱਲ ਬਹੁਤ ਅੱਛੀ ਲੱਗਦੀ ਹੈ, ਸਾਰੇ ਅਸੀਂ ਪ੍ਰੇਜ ਵੀ ਕਰਦੇ ਹਾਂ ਕਿ ਉਹਨਾਂ ਨੇ ਇੱਕ ਕਿਹਾ ਸੀ ਕਿ ਤੁਸੀਂ ਡਿਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹੋ, ਜਿਹੜੀਆਂ ਜ਼ਮੀਨਾਂ ਛਡਾ ਰਹੇ ਹੋ ਉਹਦਾ ਇੱਕ ਰੋਡ ਮੈਪ ਬਣਾਓ, ਨੌਜਵਾਨਾਂ ਨੂੰ ਜ਼ਮੀਨ ਦਿਓ ਤਾਂ ਕਿ ਨੌਜਵਾਨ ਬੱਚੇ ਆ ਜਿਹੜੇ ਉਹ ਵੀ ਖੇਤੀ ਕਰ ਸਕਣ। ਬੜਾ ਅੱਛਾ ਪਲਾਨ ਹੈ ਇਹਨਾਂ ਦਾ, ਸਰਕਾਰ ਨੂੰ ਇਹਦੇ ਗੌਰ ਵੀ ਕਰਨੀ ਚਾਹੀਦੀ ਹੈ। ਇਹਦੇ ਨਾਲ ਮੈਂ ਸਹਿਮਤ ਵੀ ਹਾਂ ਇਹ ਗੱਲ ਦੇ ਨਾਲ। ਪਰ ਗੱਲ ਇਹ ਆ ਵੀ ਜਿਹੜੀ ਪੰਚਾਇਤੀ ਜ਼ਮੀਨਾਂ ਛਡਾ ਰਹੇ ਨੇ ਧਾਲੀਵਾਲ ਸਾਹਿਬ, ਜਿਹੜੇ ਇਹਦੇ 'ਚ ਬਹੁਤ ਸਾਰੀਆਂ, ਕੋਈ ਜਿਹੜਾ ਆਪਣਾ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਵੀ ਹੈ ਜਿਹੜਾ, ਉਹਦੇ ਵਿੱਚ ਵੀ ਇਹ ਪਹਿਲਾਂ ਕਿ ਤਾਂ ਪਤਾ ਵੀ ਪੰਚਾਇਤਾਂ ਦੀਆਂ ਮਾਲਕ ਨੇ, ਠੀਕ ਹੈ ਜੀ। ਇਹ ਜ਼ਮੀਨਾਂ ਛਡਾ ਕੇ ਪਤਾ ਨਹੀਂ ਉਹਨਾਂ ਦਾ ਕੋਈ ਰੋਡ ਮੈਪ ਇਹਨਾਂ ਕੋਲ ਹੈ ਨਹੀਂ, ਇਹਦੇ ਮਾਲਕ ਕੌਣ ਆ ਕੌਣ ਨਹੀਂ, ਇਹਦਾ ਰੋਡ ਮੈਪ ਦਾ ਮੈਨੂੰ ਇਹ ਸਮਝ ਨਹੀਂ ਆ ਰਹੀ। ਉਧਰ ਵੀ ਕਿਸਾਨਾਂ ਨਾਲ ਧੱਕਾ ਹੀ ਕਰ ਰਹੇ ਨੇ। ਮੈਨੂੰ ਦੁੱਖ ਦੀ ਗੱਲ ਹੈ ਕਿ ਜਿਹੜਾ ਛੋਟਾ ਜ਼ਿਮੀਂਦਾਰ ਆ, ਠੀਕ ਆ, ਬੜੇ ਮਗਰਮੱਛ ਪੜੋ, ਅਸੀਂ ਸਾਰੇ ਭਰਾ ਰੋਜ਼ TV ਤੇ ਹੀ ਗੱਲ ਕਰਦੇ, ਮੋਹਾਲੀ ਦੇ ਨੇੜੇ ਤੇੜੇ ਕੋਈ ਕਾਂਗਰਸੀ ਹੈ, ਚਾਹੇ ਜੱਜ ਹੈ, ਚਾਹੇ ਕੋਈ, ਮੈਂ ਨਹੀਂ ਕਹਿੰਦਾ ਕੋਈ ਅਕਾਲੀ ਦਲ ਦਾ ਵੀ ਲੀਡਰ ਹੋਵੇ, ਕਾਂਗਰਸ ਦਾ ਵੀ ਹੋਵੇ, ਜਿਹਨੇ ਨਜਾਇਜ਼ ਜਗ੍ਹਾ ਰੋਕੀ ਆ ਉਦੋਂ ਛਡਾਓ ਨਜਾਇਜ਼, ਪਰ ਛੋਟੇ ਜ਼ਿਮੀਂਦਾਰ ਨੂੰ ਤਾਂ ਨਾ ਤੰਗ ਕਰੋ। ਛੋਟੇ ਜ਼ਿਮੀਂਦਾਰ ਤੋਂ 4-4 ਕਿੱਲੇ ਵਾਲਾ ਜਿਹੜਾ ਮਿਹਨਤ ਕਰਕੇ ਬੱਚੇ ਪਾਲ ਰਿਹਾ, ਉਹ ਤੋਂ ਵੀ ਜ਼ਮੀਨਾਂ ਛਡਾਈ ਜਾ ਰਹੇ ਨੇ। ਫਿਰ ਆਪਾਂ ਨੇ ਅੰਮ੍ਰਿਤਸਰ ਕਨੀ ਦੇਖਿਆ ਆ, ਠੀਕ ਹੈ ਜੀ, ਜ਼ਮੀਨ ਛਡਵਾ ਕੇ ਉਹਨੂੰ ਜ਼ਮੀਨ ਨੂੰ ਵੇਚਣ ਤਾਂ ਕੋਈ ਅਥਾਰਟੀ ਨਹੀਂ ਹੈਗੀ। ਦੂਜੇ ਨੰਬਰ ਤੇ ਚਰਨਜੀਤ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਹੜੀ ਆਮ ਆਦਮੀ ਪਾਰਟੀ ਆ ਇਹ ਕੇਜਰੀਵਾਲ ਤੋਂ ਹੀ ਚੱਲਦੀ ਆ, ਕੇਜਰੀਵਾਲ ਦਿੱਲੀ ਚਲਾਉਂਦੇ ਨੇ, ਇਹਨਾਂ ਨੂੰ ਤਾਂ ਖੇਤੀ ਬਾਰੇ ਕੇਜਰੀਵਾਲ ਸਾਹਿਬ ਨੂੰ ਕੀ ਪਤਾ। ਦਿੱਲੀ ਦੇ ਵਿੱਚ ਕੋਈ ਮੈਨੂੰ ਦੱਸੋ ਸਹੀ, ਕੋਈ ਮੈਨੂੰ ਨਹੀਂ ਲੱਗਦਾ ਕੋਈ 3000 ਕਿੱਲਾ ਨਹੀਂ ਹੋਣਾ ਖੇਤੀ ਦਾ, ਜੇ ਦਿੱਲੀ 'ਚ ਵੜ ਜਾਗੇ ਆਪਾਂ। ਇਹਨਾਂ ਨੂੰ ਖੇਤੀ ਬਾਰੇ ਪਤਾ ਕੀ ਹੈ ਦਿੱਲੀ ਵਾਲਿਆਂ ਨੂੰ? ਇਹਨਾਂ ਨੂੰ ਦਿੱਲੀ 'ਚ ਕੇਜਰੀਵਾਲ ਸਾਹਿਬ ਬੈਠੇ ਨੇ, ਪੰਜਾਬ ਦੇ ਵਿੱਚ ਕਿਸਾਨ ਜਿਹੜੀਆਂ ਮੰਗਾਂ ਮੰਗ ਰਿਹਾ, ਅੱਜ ਕਿਸਾਨ ਪਰੇਸ਼ਾਨ ਹੋ ਰਿਹਾ ਆ, ਕਿਸਾਨ ਦਾ ਝੋਨਾ ਲਾਉਣਾ ਕਿਸਾਨ ਨੇ ਬਜਾਈ ਆਈ ਖੜੀ ਆ, ਸਾਰਾ ਸਕੈਡਿਊਲ ਹੀ ਚੇਂਜ ਕਰਤਾ। ਚਾਹੇ ਕੇਂਦਰ ਦੀ ਸਰਕਾਰ ਆ, ਚਾਹੇ BJP ਦੀ ਰਹੀ ਹੈ, ਚਾਹੇ ਕਾਂਗਰਸ ਦੀ ਰਹੀ ਹੈ, ਚਾਹੇ ਅਕਾਲੀ ਦਲ ਦੀ ਰਹੀ ਹੈ, ਅਸੀਂ 10 ਜੂਨ ਤੋਂ ਕਦੇ ਵੀ ਕਿਸਾਨ ਨੂੰ ਜੀਰੀ ਲਾਉਣ ਤੋਂ ਲੇਟ ਨਹੀਂ ਕਰਿਆ। ਇਹ ਨਵੇਂ ਸਕੈਡਿਊਲ ਬਣਾਤਾ, ਹੁਣ 4 ਜ਼ੋਨ 'ਚ ਬਣਤਾ, ਪਹਿਲਾਂ 18 ਨੂੰ ਲਾਓ ਜੀ, ਫਿਰ 22 ਨੂੰ ਲਾਓ ਜੀ, 24 ਨੂੰ ਲਾਓ ਜੀ, 28 ਨੂੰ ਲਾਓ ਜੀ। ਰੌਲਾ
ਇਹ ਆ ਕਿ ਇਹਨਾਂ ਕੋਲੋਂ ਜਿਹੜਾ ਆ ਅਨਐਕਸਪੀਰੀਅੰਸ ਨੇ, ਇਹਨਾਂ ਕੋਲ ਸਰਕਾਰ ਚੱਲ ਰਹੀ, ਬਿਜਲੀ ਪ੍ਰੋਵਾਈਡ ਨਹੀਂ ਕਰੀ ਜਾਂਦੀ ਕਿਸਾਨਾਂ ਤੋਂ, ਹੁਣ ਕਿਸਾਨ ਨੂੰ ਚਾਹੀਦੀ ਹੈ ਬਿਜਲੀ ਇਹਨਾਂ ਕੋਲ ਹੈ ਨਹੀਂ। ਇਹ ਸਾਰਾ ਤਾਣਾ ਬਾਣਾ ਇਸ ਕਰਕੇ ਉਲਝਾ ਰਹੇ ਨੇ, ਕਦੇ ਉਹਨੂੰ ਲਾਜ ਕਰਦਾ, ਠੀਕ ਆ ਕਿਸਾਨ ਸਿੱਧੀ ਬਿਜਾਈ ਦੇ ਉਪਰਾਲੇ ਕਰਦਾ ਆ, ਪਰ ਕਿਸਾਨ ਦਾ ਉਹਦੇ ਨਾਲ ਪਹਿਲਾਂ ਵੀ ਕਿਹਾ ਸੀਗਾ ਕਿ ਉਹਦੇ ਨਾਲ ਇੱਕ ਤਾਂ ਝਾੜ ਘਟਣਾ, ਸਿੱਧੀ ਬਿਜਾਈ ਕਰਨ ਨਾਲ ਕਿਸਾਨ ਦਾ ਉਹਦਾ ਲਾਸ ਹੋਣਾ, ਝਾੜ ਘਟ ਜਾਣਾ ਸਿੱਧੀ ਬਿਜਾਈ ਕਰਨ ਨਾਲ ਉਹਦਾ ਵੀ ਲਾਸ ਹੋਣਾ, ਉਹਦੇ ਤੇ ਨਦੀਨਾਸ਼ਕ ਦਵਾਈਆਂ ਤੇ ਵੀ ਉਹਦਾ ਕਿਸਾਨ ਦਾ ਖਰਚ ਆਉਣਾ ਆ, ਤੇ ਕਿਸਾਨ ਹੋਰ ਵੀ ਮੰਗਾਂ ਆਪਣੀਆਂ ਰੱਖ ਕੇ ਅੱਜ ਜਿਹੜਾ ਬੈਠਾ ਆ। ਤਾਂ ਮੈਨੂੰ ਬਸ ਐਂਡ ਤੇ ਆ ਕੇ ਇਹੀ ਮੈਂ ਖਤਮ ਗੱਲ ਕਰਨਾ ਚਾਹੁੰਦਾ ਕਿ ਕਿਸਾਨ ਦੇ ਨਾਲ ਮਿਲਣ, ਉਹਦੀ ਗੱਲ ਸੁਣਨ, ਉਹਦਾ ਹੱਲ ਕਰ ਦੇਣ, ਕਿਸਾਨ ਆਪਣਾ ਖੁਸ਼ਹਾਲ ਪੁਰੂ ਆਪਣਾ ਪਿੰਡਾਂ 'ਚ ਜਾ ਕੇ ਆਪਣੀ ਖੇਤੀਬਾੜੀ ਕਰ। ਜੀ ਜੰਗਵੀਰ ਜੀ, ਮੈਂ ਤੁਹਾਡੇ ਕੋਲ ਆਉਣਾ ਚਾਹੂੰਗਾ। ਦੇਖੋ, ਧਰਨੇ ਅੱਜ ਪਹਿਲੀ ਵਾਰ ਨਹੀਂ ਲੱਗ ਰਹੀ, ਸਰਕਾਰਾਂ ਲੰਬੇ ਅਰਸੇ ਤੋਂ ਰਾਜ ਕਰਦੀ ਰਹੀਆਂ ਨੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਭਾਈਵਾਲ ਦੀ ਸੱਤਾ ਹੰਢਾਈ ਹੋਵੇ, ਉਹਨਾਂ ਨੇ ਕਾਂਗਰਸ ਨੇ ਸੱਤਾ ਹੰਢਾਈ ਹੋਵੇ, ਕਿਸਾਨਾਂ ਦੇ ਪੱਲੇ ਹਮੇਸ਼ਾ ਹੀ ਧਰਨੇ ਲੱਗ ਪਏ ਨੇ। ਚਾਹੇ ਕਿਸੇ ਵੀ ਸੱਤਾ ਦੇ ਵਿੱਚ ਕਿਸਾਨਾਂ ਦੀ ਕਿਸੇ ਦੇ ਵੱਲੋਂ ਦੁੱਖ ਦੀ ਰਗ ਨੂੰ ਨਹੀਂ ਫੜਿਆ ਗਿਆ। ਹਾਲਾਂਕਿ ਮਾਨ ਸਰਕਾਰ ਵੱਲੋਂ ਅਜੇ 2 ਮਹੀਨੇ ਹੋਏ ਨੇ, ਸੱਤਾ ਤੋਂ ਪਹਿਲਾਂ ਜਦੋਂ 2022 ਦੀਆਂ ਚੋਣਾਂ ਸਨ, ਉਦੋਂ ਵੱਡੇ ਵਾਅਦੇ ਤੇ ਦਾਅਵੇ ਜ਼ਰੂਰ ਮਾਨ ਸਰਕਾਰ ਦੇ ਨਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਕਰਦੇ ਸਨ, ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਵੀ ਰੱਖੀ ਗਈ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਖੁਦਕੁਸ਼ੀ ਨਹੀਂ ਹੋਵੇਗੀ, ਜਿਸ ਤੇ ਵੀ ਸਵਾਲ ਵੱਖੋ-ਵੱਖ ਬੁਲਾਰਿਆਂ ਵੱਲੋਂ ਚੱਕੇ ਗਏ ਨੇ। ਆਖਰ ਤੁਸੀਂ ਕਿੱਥੇ ਮੰਨਦੇ ਹੋ, ਕਿਉਂਕਿ ਕਿਸਾਨਾਂ ਦੇ ਪੱਲੇ ਧਰਨੇ ਹੀ ਕਿਉਂ ਨੇ, ਕਿੱਥੇ ਮੰਨਦੇ ਹੋ ਜਿਹੜੀ ਦੁੱਖ ਦੀ ਰਗ ਹੈ ਆਖਰ ਕਿਹੜੀ ਸਰਕਾਰ ਨੇ ਨਹੀਂ ਫੜੀ, ਜਾਂ ਸਿਰਫ ਤੇ ਸਿਰਫ ਜਿੰਨੀ ਵੀ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ ਨੇ ਸੱਤਾ ਹੰਢਾਉਣਾ ਹੀ ਉਹਨਾਂ ਦਾ ਮੇਨ ਮਕਸਦ ਸੀ ਤੇ ਕਿਸਾਨਾਂ ਪ੍ਰਤੀ ਉਹਨਾਂ ਨੂੰ ਕਿਤੇ ਵੀ ਸੁਹਿਰਦਤਾ ਨਹੀਂ ਦਿਖਾਈ ਗਈ? ਜੰਗਵੀਰ ਜੀ, ਮੈਨੂੰ ਤਾਂ ਲੱਗਦਾ ਕਿ ਸਾਡੇ ਜਿੰਨੇ ਵੀ ਕਿਸਾਨ ਆ ਜਾਂ ਮਜ਼ਦੂਰ ਆ, ਇਹਨਾਂ ਦੇ ਵੋਟ ਹਥਿਆਉਣ ਵਾਸਤੇ ਬਸ ਸਿਆਸਤ ਹੀ ਕਰਦੇ ਆ, ਸਿਆਸਤਦਾਨ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਤੇ ਫਿਰ ਉਹ ਮੈਨੂੰ ਲੱਗਦਾ ਕਿ ਵੋਟਰਾਂ ਨੂੰ ਵੀ ਭੁੱਲ ਜਾਂਦੇ ਆ ਤੇ ਕਿਸਾਨਾਂ ਨੂੰ ਵੀ ਭੁੱਲ ਜਾਂਦੇ ਆ। ਔਰ ਦੇਖੋ, ਅਸੀਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਆ, ਸਾਨੂੰ ਪਤਾ ਆ ਸਰਕਾਰ ਕੋਈ ਵੀ ਆ ਜਾਵੇ ਸੰਘਰਸ਼ ਕਰਨਾ ਹੀ ਪੈਣਾ ਹੈ। ਦੇਖੋ, ਇੱਕ ਮਾਂ ਆ, ਉਹਦਾ ਬੱਚੇ ਨਾਲ ਬੜਾ ਪਿਆਰ ਹੁੰਦਾ ਔਰ ਉਹਦੇ ਲਾਗੇ ਕੋਈ ਦੋ ਰਾਏ ਨਹੀਂ ਹੈਗੀ ਕਿ ਬੱਚੇ ਤੇ ਮਾਂ ਪੁੱਤ ਦਾ ਪਿਆਰ ਜਿਹੜਾ ਆ ਉਹ ਰੱਬ ਰੂਪੀ ਹੁੰਦਾ ਆ। ਪਰ ਇਹ ਦੇਖਣ ਦੇ ਵਿੱਚ ਆਮ ਆਇਆ ਕਿ ਅਸੀਂ ਪਿੰਡਾਂ ਦੇ ਵਿੱਚ ਵੀ, ਤੁਸੀਂ ਵੀ ਦੇਖਿਆ ਹੋਣਾ, ਅਸੀਂ ਵੀ ਦੇਖਿਆ, ਜਿੰਨਾ ਚਿਰ ਬੱਚਾ ਰੋਵੇ ਨਾ ਮਾਂ ਦੁੱਧ ਨਹੀਂ ਦਿੰਦੀ, ਔਰ ਬੇਸ਼ੱਕ ਸਾਰੀ ਦਿਹਾੜੀ ਉਹ ਖੇਡਦਾ ਰਹੇ, ਉਹਨੂੰ ਪਤਾ ਵੀ ਖੇਡਣ ਲੱਗਾ ਆ, ਆਪਣੇ ਕੰਮਕਾਰ 'ਚ ਲੱਗਾ ਆ ਤੇ ਇਸ ਕਰਕੇ ਉਹਨੂੰ ਦੁੱਧ ਦੀ ਲੋੜ ਨਹੀਂ। ਇਸੇ ਤਰ੍ਹਾਂ ਇਹ ਮੈਨੂੰ ਲੱਗਦਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਆ, ਜਿੰਨਾ ਚਿਰ ਅਸੀਂ ਵਿਲਕਾਂਗੇ ਨਾ ਉਹਨਾਂ ਚਿਰ ਇਹਨਾਂ ਨੇ ਵੀ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨਣੀਆਂ। ਔਰ ਕਿਤੇ ਨਾ ਕਿਤੇ ਇਹ ਵਾਅਦਿਆਂ ਤੇ ਦਾਅਵਿਆਂ ਤੋਂ ਇਲਾਵਾ ਦੇਖੋ 70 ਸਾਲ ਦਾ ਬਦਲਾਅ ਕੀਤਾ ਸੀ ਇਸ ਵਾਰ ਲੋਕਾਂ ਨੇ ਜੀ, ਉਹਨਾਂ ਨੂੰ ਆਸਾਂ ਸੀ, ਉਮੀਦਾਂ ਸੀ, ਇੱਕ ਵੱਡਾ ਬਦਲਾਅ ਆਇਆ ਸੀ ਜੀ, ਬੜਾ ਵੱਡਾ ਫਤਵਾ ਦਿੱਤਾ, ਵੱਡੇ ਦਰਖਤ, ਵੱਡੇ ਬੋਰਡ, ਉਹ ਲੋਕ ਜਿਹੜੇ ਹਰਾ ਦਿੱਤੇ ਜਿਹੜੇ ਜ਼ਿੰਦਗੀ ਭਰ ਹਾਰ ਨਹੀਂ ਸੀ ਸਕਦੇ ਜੀ, ਔਰ ਉਹ ਜ਼ਮੀਨ ਪਲਟਾ ਦਿੱਤੀ ਜਿਹੜੀ ਕਦੇ ਪਲਟ ਨਹੀਂ ਸੀ ਸਕਦੀ। ਇਹ ਹੋਇਆ ਇਸ ਅੰਦੋਲਨ ਦੀ ਵਜ੍ਹਾ ਦੇ ਨਾਲ ਹੀ, ਜਾਗਰਤੀ ਆਈ ਲੋਕਾਂ ਦੇ ਵਿੱਚ, ਲੋਕਾਂ ਜੋ ਉਤਸ਼ਾਹ ਸੀ, ਲੋਕਾਂ ਦੇ ਵਿੱਚ ਕੁਛ ਨਵਾਂ ਪੰਜਾਬ, ਮੇਰੀ ਬੇਨਤੀ ਸੁਣ ਲਓ ਜੀ, ਕੁਛ ਨਵਾਂ ਪੰਜਾਬ ਜਾਂ ਨਵਾਂ ਪੰਜਾਬ ਉਸਾਰਨ ਦੀ ਗੱਲ ਕਰਦੇ ਸੀ ਕਿ ਇਹਨਾਂ ਨਾਲੋਂ ਵੱਖਰੇ ਤੌਰ ਤੇ ਕੁਝ ਜਿਸ ਤਰ੍ਹਾਂ ਵਾਅਦੇ ਕਰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ, ਅਰਵਿੰਦ ਕੇਜਰੀਵਾਲ ਵਾਅਦੇ ਕਰਦੇ ਸੀਗੇ ਕਿ ਹੋ ਸਕਦਾ ਵੀ ਇਹੀ ਸਾਡੇ ਵਾਸਤੇ ਕੁਝ ਵਧੀਆ ਲੈ ਕੇ ਆ ਜਾਣ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੀਆਂ ਪਾਰਟੀਆਂ ਨਾਲੋਂ ਵੀ ਨਖੱਟੂ ਨਿਕਲੇ ਆ, ਔਰ ਅੱਜ ਗਰਾਊਂਡ ਲੈਵਲ ਤੇ ਜਦੋਂ ਆਏ ਆ ਤਾਂ ਦੇਖੋ ਹੁਣ ਕੀ ਹਾਲ ਕਰ ਰਿਹਾ ਹੈ ਕਿਸਾਨਾਂ ਦਾ। ਜੇਕਰ ਇਹ ਸਰਕਾਰ ਬਦਲਣ ਦੇ ਵਿੱਚ ਵੀ ਸਾਨੂੰ ਧਰਨੇ ਹੀ ਲਾਉਣੇ ਪੈ ਗਏ ਤਾਂ ਫਿਰ ਕੀ ਲੋੜ ਸੀ ਬਦਲਾਅ ਕਰਨ ਦੀ? ਔਰ ਮੈਨੂੰ ਤਾਂ ਲੱਗਦਾ ਹੈ ਕਿ ਅਸੀਂ ਜਿੰਨੇ ਵੀ ਕਿਸਾਨ ਆ ਤੇ ਮਜ਼ਦੂਰ ਆ, ਮੈਨੂੰ ਲੱਗਦਾ ਕਿ ਅਸੀਂ ਜੰਮੇ ਹੀ ਧਰਨੇ ਲਾਉਣ ਵਾਸਤੇ ਆ। ਜਿੰਨਾ ਚਿਰ ਅਸੀਂ ਆਪਣੀਆਂ ਹੱਕੀ ਮੰਗਾਂ ਵਾਸਤੇ ਧਰਨੇ ਨਾ ਲਾਵਾਂਗੇ, ਇਹ ਸਰਕਾਰ ਸਾਡੀ ਗੱਲ ਨਹੀਂ ਮੰਨਦੀ। ਗੱਲ ਜਿਹੜਾ ਮਸਲਾ ਆ ਉਹ ਤਾਂ ਟੇਬਲ ਤੇ ਬੈਠ ਕੇ ਵੀ ਹੱਲ ਹੋ ਸਕਦਾ ਹੈ ਚਰਨਜੀਤ ਜੀ। ਔਰ ਜੇਕਰ ਹੁਣ ਰੋਡ ਰੁਕਦੇ ਆ ਜਾਂ ਬਾਰਡਰ ਰੁਕਦੇ ਆ, ਉਹ ਸਰਕਾਰਾਂ ਦੀ ਨਲਾਇਕੀ ਕਾਰਨ ਰੁਕਦੇ ਆ। ਔਰ ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਦੇਣ ਤੋਂ ਇਲਾਵਾ ਮੈਨੂੰ ਲੱਗਦਾ ਇਹਨਾਂ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈਗਾ। ਇਹ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਜਿਹੜਾ ਅੱਜ ਧਰਨਾ ਆ ਉੱਥੇ ਬੈਰੀਗੇਟ ਦੇ ਕੋਲ ਉਸ ਬਾਰਡਰ ਤੇ ਜਾਂ ਮੁਹਾਲੀ ਦੇ ਵਿੱਚ ਲੱਗ ਗਿਆ ਆ। ਜੇਕਰ ਇਹ ਮੀਟਿੰਗ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਨਹੀਂ ਸੀ ਆਉਣੀ। ਔਰ ਮੈਂ ਤਾਂ ਇਹ ਹੀ ਆਸ ਕਰਦਾ ਆ ਕਿ ਦੇਖੋ ਸਰਕਾਰ ਨਵੀਂ ਬਣੀ ਆ, ਸਮਾਂ ਵੀ 2 ਮਹੀਨੇ ਹੋ ਗਿਆ, ਹੁਣ ਦੇਖਦੇ ਆ 1-2 ਮਹੀਨੇ ਹੋਰ, ਜੇਕਰ ਸਰਕਾਰ ਨੇ ਕੋਈ ਫਤਵਾ ਕਿਸਾਨਾਂ ਤੇ ਮਜ਼ਦੂਰਾਂ ਦੇ ਪ੍ਰਤੀ ਦਿੱਤਾ ਤਾਂ ਠੀਕ ਆ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਆ ਉਹ ਇਹਦਾ ਬਦਲਾਅ ਕਰਨਗੇ ਲੋਕ, ਕਿਉਂਕਿ ਜਿਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਸਰਕਾਰ ਆਈ ਹੈ ਉਸ ਤਰ੍ਹਾਂ ਦੀਆਂ ਨੀਤੀਆਂ ਇੱਥੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਣੀਆਂ ਜੀ।
ਜੀ, ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਧਾਲੀਵਾਲ ਸਾਹਿਬ ਵੀ ਆਪਣਾ ਸਟੈਂਡ ਕਲੀਅਰ ਕਰਨਾ ਚਾਹੁੰਦੇ ਸਨ, ਤਾਂ ਮਾਫੀ ਚਾਹਾਂਗਾ। ਤੇ ਮਠਾੜੂ ਸਾਹਿਬ ਤੁਹਾਡਾ ਵੀ ਧੰਨਵਾਦ, ਚੌਹਾਨ ਜੀ ਤੁਹਾਡਾ ਵੀ ਧੰਨਵਾਦ, ਤੇ ਕੁਲਦੀਪ ਧਾਲੀਵਾਲ ਤੇ ਮਾਨ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਵੱਖੋ-ਵੱਖ ਬੁਲਾਰਿਆਂ ਵੱਲੋਂ ਅੱਜ ਮਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿਖਾਈ ਗਈ ਹੈ, ਹਾਲਾਂਕਿ 2022 ਦੀ ਚੋਣਾਂ ਤੋਂ ਪਹਿਲਾਂ ਇਹ ਗੱਲ ਰੱਖੀ ਗਈ ਸੀ ਕਿ ਕਿਸਾਨਾਂ ਨੂੰ ਖਾਸ ਕਰਕੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਤੇ ਅੱਜ ਭਗਵੰਤ ਮਾਨ ਵੱਲੋਂ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ, ਜੋ ਕਿਸਾਨਾਂ ਵੱਲੋਂ ਸਰਾਸਰ ਗਲਤ ਠਹਿਰਾਇਆ ਗਿਆ। ਹਾਲਾਂਕਿ ਵੱਖੋ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਹ ਗੱਲ ਰੱਖੀ ਗਈ ਹੈ ਕਿ ਮਾਨ ਸਰਕਾਰ ਨੂੰ ਮਿਲਣਾ ਚਾਹੀਦਾ ਸੀ, ਮਾਨ ਸਾਹਿਬ ਨੂੰ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਜੋ ਕਿਸਾਨਾਂ ਦੀ ਮੰਗਾਂ ਨੇ, ਜੋ ਵਾਜਬ ਮੰਗਾਂ ਨੇ, ਉਹਨਾਂ ਨੂੰ ਤਾਂ ਘੱਟੋ ਘੱਟ ਸੁਣਨਾ ਚਾਹੀਦਾ ਸੀ। ਹਾਲਾਂਕਿ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ ਸਵਾਲ ਚੁੱਕਣਾ, ਪਰੰਤੂ ਇਹ ਸਵਾਲ ਵੀ ਮਾਨ ਸਰਕਾਰ ਤੇ ਖੜਾ ਹੁੰਦਾ ਹੈ ਕਿ ਭਗਵੰਤ ਮਾਨ ਉਹ ਸਰਕਾਰ ਹੈ ਜੋ ਸੱਤਾ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੇ ਭਾਈਵਾਲ ਮੰਨਦੀ ਸੀ ਕਿ ਜੇਕਰ ਕਿਸਾਨ ਨੇ ਤਾਂ ਹੀ ਆਮ ਆਦਮੀ ਪਾਰਟੀ, ਕਿਉਂਕਿ ਉਹ ਆਏ ਦਾਅਵਾ ਤੇ ਵਾਅਦਾ ਕਰਦੇ ਸਨ ਕਿ ਅਸੀਂ ਹਰ ਇੱਕ ਆਮ ਲੋਕ ਨੇ, ਸਾਡੀ ਪਾਰਟੀ ਦੀ ਜੋ ਸਥਿਤੀ ਹੈ ਉਹ ਸਿਰਫ ਆਮ ਲੋਕਾਂ ਦੇ ਨਾਲ ਹੀ ਹੈ। ਤੇ ਉਹ ਹੁਣ ਵੇਖਣਾ ਹੋਵੇਗਾ ਕਿ ਇਹ ਧਰਨੇ ਦਾ ਕੀ ਅਗਲਾ ਸਿਆਸੀ ਪੱਖ ਹੋਵੇਗਾ। ਹਾਲਾਂਕਿ ਸਿਆਸੀ ਧਿਰਾਂ ਦੇ ਨਾਲ ਕਿਸਾਨ ਆਗੂਆਂ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਮੋਦੀ ਸਰਕਾਰ ਵੀ ਅਸੀਂ 1 ਸਾਲ ਦੇ ਵਿੱਚ ਝੁਕਾਈ ਹੈ, ਤੇ ਉਹ ਤਾਂ ਦਿੱਲੀ ਸੀ ਤੇ ਹੁਣ ਇਹ ਤਾਂ ਬਹੁਤ ਹੀ ਨੇੜੇ ਚੰਡੀਗੜ੍ਹ ਹੈ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਆਰੰਭਦੀ ਹੈ, ਤੇ ਜਿਹੜਾ ਇਹ ਡੈਡਲੌਕ ਬਣਿਆ ਹੈ ਇਹਦੇ ਤੇ ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਕ੍ਰੀਏਟ ਹੁੰਦੀ ਹੈ। ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇਗਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।